ਗੁਰੂ ਪਿਆਰਿਓ, ਆਪ ਸਾਰਿਆਂ ਨੂੰ ਜੀ ਆਇਆਂ। ਜਿਸ ਤਰ੍ਹਾਂ ਕੱਲ ਬੇਨਤੀ ਕੀਤੀ ਸੀ ਕਿ ਮੌਜੂਦਾ ਸਮੇਂ ਵਿੱਚ ਜੋ ਫੈਮਲੀਜ਼ ਸਾਡੀਆਂ ਹਨ, ਉਹਨਾਂ ਦੇ ਆਪਸੀ ਸੰਬੰਧਾਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਵੇਖਣ ਨੂੰ ਮਿਲਦੀਆਂ ਨੇ। ਕੀ ਕਾਰਨ ਹਨ, ਕਿਸ ਤਰ੍ਹਾਂ ਹੈ, ਕਿਵੇਂ ਹੈ, ਔਰ ਗੁਰਮਤ ਦੇ ਵਿੱਚੋਂ ਸਾਨੂੰ ਕੀ ਸੇਧ ਮਿਲਦੀ ਹੈ, ਪਰਿਵਾਰਕ ਸੰਬੰਧ ਕਿਹੋ ਜਿਹੇ ਹੋਣੇ ਚਾਹੀਦੇ ਨੇ, ਕਿਸ ਤਰ੍ਹਾਂ ਸਾਨੂੰ ਆਪਣੇ ਪਰਿਵਾਰ ਵਿੱਚ ਵਿਚਰਨਾ ਚਾਹੀਦਾ ਹੈ। ਇਹ ਵੀਰ ਰਾਜਾ ਸਿੰਘ ਜੀ ਸਾਡੇ ਨਾਲ ਅੱਜ ਵਿਚਾਰ ਸਾਂਝੇ ਕਰ ਰਹੇ ਹਨ। ਤਾਂ ਮੈਂ ਬੇਨਤੀ ਕਰ ਰਿਹਾ ਹਾਂ ਵੀਰ ਰਾਜਾ ਸਿੰਘ ਜੀ ਨੂੰ ਕਿ ਉਹ ਵਿਚਾਰ ਆਰੰਭ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਸਵਾਗਤ ਹੈ ਜੀ। ਤੋ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ, ਅੱਜ ਆਪਾਂ ਵਿਚਾਰਾਂ ਰਲ ਮਿਲ ਕੇ ਕਰਨੀਆਂ ਕਿ ਪਰਿਵਾਰ ਕੀ ਹੈ ਤੇ ਪਰਿਵਾਰਕ ਸੰਬੰਧ ਜਿਹੜੇ ਨੇ ਉਹ ਕਿਹੋ ਜਿਹੇ ਹੋਣੇ ਚਾਹੀਦੇ। ਤੋ ਸਾਧ ਸੰਗਤ ਜੀ, ਮਨੁੱਖ ਦਾ ਜਨਮ ਤੋਂ ਲੈ ਕੇ ਅਖੀਰਲੇ ਸਵਾਸ ਤੱਕ ਇਹ ਜਿਹੜਾ ਸਫ਼ਰ ਹੈ, ਇਹਨੂੰ ਆਪਾਂ ਜੀਵਨ ਕਹਿੰਦੇ ਹਾਂ। ਵਾਹਿਗੁਰੂ ਜੀ ਦੇ ਹੱਥ ਹੈ, ਜੰਮਣ ਮਰਨਾ ਹੁਕਮ ਹੈ, ਭਾਣਾ ਆਵੇ ਜਾਏ। ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਅਸੀਂ ਆਉਂਦੇ ਹਾਂ ਔਰ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਅਸੀਂ ਵਾਪਸ ਚਲੇ ਜਾਂਦੇ ਹਾਂ। ਇਹਦੇ 'ਚ ਕਿਸੇ ਦੀ ਕੋਈ ਆਪਸ਼ਨ ਨਹੀਂ ਹੈ, ਕਿਸੇ ਦੀ ਕੋਈ ਹੋਰ ਐਫਰਟਸ ਨਹੀਂ ਹੈ। ਇਹ ਵਾਹਿਗੁਰੂ ਜੀ ਦੇ ਹੱਥ ਹੈ। ਵਾਹਿਗੁਰੂ ਜੀ ਨੇ ਸਾਨੂੰ ਸਵਾਸਾਂ ਦੀ ਪੂੰਜੀ ਦੇ ਕੇ ਸੰਸਾਰ ਵਿੱਚ ਭੇਜਿਆ ਕਿ ਸੰਸਾਰ ਵਿੱਚ ਅਸੀਂ ਆਪਣਾ ਇੱਕ ਲਕਸ਼ ਪੂਰਾ ਕਰਨਾ। ਉਹ ਲਕਸ਼ ਹੈ ਕਿ ਜਿਸ ਪਰਮਾਤਮਾ ਤੋਂ, ਪਰਮ ਜੋਤ ਤੋਂ ਵਿਛੜ ਕੇ ਆਏ ਹਾਂ, ਅਸੀਂ ਉਹਦੇ ਨਾਲ ਜਾ ਕੇ ਮਿਲਣਾ। ਪਰ ਇਹ ਜਿਹੜਾ ਜੀਵਨ ਸਫ਼ਰ ਹੈ, ਇਸ ਸਫ਼ਰ ਨੂੰ ਕੱਟਣ ਦੇ ਲਈ ਸਾਨੂੰ ਸੰਸਾਰਕ ਤੌਰ ਤੇ ਜਿਹੜੇ ਸਾਡੇ ਇੱਕ ਦੂਜੇ ਨਾਲ ਸੰਬੰਧ ਨੇ, ਜਿਹਨਾਂ ਨੂੰ ਆਪਾਂ ਸਮਾਜ ਵੀ ਕਹਿੰਦੇ ਹਾਂ ਔਰ ਸਮਾਜ ਦੀ ਇਕਾਈ ਪਰਿਵਾਰ ਵੀ ਕਹਿੰਦੇ ਹਾਂ, ਉਸ ਦੀ ਅਸੀਂ ਵਿੱਚ ਵਿਚਰ ਕੇ ਜਿਹੜਾ ਇਹ ਜੀਵਨ ਜਿਹੜਾ ਬਤੀਤ ਕਰਨਾ। ਅਸੀਂ ਕਿਸ ਤਰ੍ਹਾਂ ਵਿਚਰਦੇ ਹਾਂ, ਉਹਦੇ ਮੁਤਾਬਕ ਸਾਡਾ ਜੀਵਨ ਜਿਹੜਾ ਉਹ ਢਲਦਾ ਜਾਂਦਾ। ਔਰ ਜੈਸੇ ਜੈਸੇ ਆਪਾਂ ਕਰਮ ਕਰਦੇ ਹਾਂ, ਜਿਸ ਤਰ੍ਹਾਂ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਆਪਣੇ ਨਿਤਨੇਮ ਦੀ ਬਾਣੀ 'ਚ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਿ ਜੇਕਰ ਅਸੀਂ ਇਸ ਜੀਵਨ ਸਫ਼ਰ ਵਿੱਚ ਚੰਗੇ ਕਰਮ ਕਰੀਏ, ਅੱਛੀ ਖੁਸ਼ਬੂ ਛੱਡ ਕੇ ਜਾਈਏ, ਤਾਂ ਆਪ ਵਾਹਿਗੁਰੂ ਜੀ ਦੇ ਨੇੜੇ ਹੋ ਜਾਂਦੇ ਹਾਂ, ਵਰਨਾ ਅਸੀਂ ਉਸ ਤੋਂ ਦੂਰ ਹੋ ਜਾਂਦੇ। ਤੋ ਆਓ ਆਪਾਂ ਜਿਹੜਾ ਅੱਜ ਦਾ ਸੰਬੰਧ ਹੈ, ਉਹਦਾ ਸਿਰਲੇਖ ਵੀ ਇਹੀ ਕਿ ਗੁਰਮਤਿ ਦੇ ਪਰਿਪੇਖ ਵਿੱਚ ਪਰਿਵਾਰਕ ਸੰਬੰਧ। ਦੇਖੋ, ਬਹੁਤ ਸਾਰਿਆਂ ਜਿਹੜੇ ਲਿਖਾਰੀ ਨੇ ਇਸ ਵਿਸ਼ੇ ਤੇ ਲਿਖਣ ਵਾਲੇ, ਉਹਨਾਂ ਨੇ ਇਹੀ ਲਿਖਿਆ ਕਿ ਸਮਾਜਿਕ ਗਰੁੱਪ ਜਿਸ ਵਿੱਚ ਇੱਕ, ਦੋ ਜਾਂ ਇਸ ਤੋਂ ਵੱਧ ਪੀੜ੍ਹੀਆਂ ਦੇ ਜੀਅ ਇਕੱਠੇ ਰਹਿਣ, ਉਹਨਾਂ ਨੂੰ ਪਰਿਵਾਰ ਕਿਹਾ ਜਾਂਦਾ। ਇਹਨਾਂ ਜੀਆਂ ਦਾ ਜੀਵਨ ਢੰਗ, ਸਮਾਜਿਕ ਰਸਮਾਂ ਤੇ ਆਰਥਿਕ ਗੋਲ ਸਾਂਝੇ ਹੁੰਦੇ ਹਨ ਅਤੇ ਇੱਕ ਦੂਸਰੇ ਦੇ ਦੁੱਖ ਸੁੱਖ ਦੀ ਸਾਂਝ ਰੱਖਦੇ ਹਨ। ਇਹ ਆਮ ਇੱਕ ਜਨਰਲ ਜਿਹੀ ਇਹਦੀ ਡੈਫੀਨੇਸ਼ਨ ਹੈ, ਜਿਹੜੀ ਬਹੁਤ ਸਾਰਿਆਂ ਲਿਖਾਰੀਆਂ ਨੇ ਦਿੱਤੀ ਹੈ ਵੀ ਪਰਿਵਾਰ ਕੀ ਹੁੰਦਾ ਹੈ। ਤੋ ਜਿਸ ਤਰ੍ਹਾਂ ਤੁਸੀਂ ਸਲਾਈਡ ਤੇ ਦੇਖ ਰਹੇ ਹੋ, ਬਾਈਬਲ ਵਿੱਚ ਇਸ ਤਰ੍ਹਾਂ ਲਿਖਿਆ, ਦ ਫੈਮਿਲੀ ਇਜ਼ ਅ ਫੰਡਾਮੈਂਟਲ ਇੰਸਟੀਟਿਊਸ਼ਨ ਆਫ ਹਿਊਮਨ ਸੁਸਾਇਟੀ। ਤੋ ਆਓ ਆਪਾਂ ਇਹ ਦੇਖਣਾ ਕਿ ਇਹ ਤਾਂ ਲੇਖਕਾਂ ਦੇ ਵਿਚਾਰ ਨੇ ਜਾਂ ਬਾਕੀ ਜਿਸ ਤਰ੍ਹਾਂ ਉਹਨੇ ਪੜ੍ਹਿਆ ਉਹਨਾਂ ਦੇ ਵਿਚਾਰ ਨੇ, ਪਰ ਅਸੀਂ ਗੁਰਮਤਿ ਦੀ ਲੋਅ ਵਿੱਚ, ਗੁਰਬਾਣੀ ਦੀ ਲੋਅ ਵਿੱਚ, ਜਿਹਨੂੰ ਆਪਾਂ ਨਾਨਕ ਮਤ ਵੀ ਕਹਿੰਦੇ, ਸਿੱਖ ਮਤ ਕਹਿੰਦੇ ਹਾਂ, ਉਹਦੇ 'ਚ ਪਰਿਵਾਰ ਦੀ ਕੀ ਭਾਸ਼ਾ ਹੈ ਔਰ ਕੀ ਹੋਣੀ ਚਾਹੀਦੀ ਹੈ, ਆਪਾਂ ਉਹਦੇ ਬਾਰੇ ਗੱਲ ਕਰੀਏ ਸਾਧ ਸੰਗਤ, ਕਿ ਆਇਆ ਪਰਿਵਾਰ ਹੁੰਦਾ ਕੀ ਹੈ। ਜਿਸ ਤਰ੍ਹਾਂ ਇੱਥੇ ਦੱਸਿਆ ਕਿ ਪਰਿਵਾਰ ਦੀ ਇਹ ਡੈਫੀਨੇਸ਼ਨ ਹੈ, ਅੱਗੇ ਚੱਲ ਕੇ ਪਰਿਵਾਰ ਦੀ ਜ਼ਰੂਰਤ ਕਿਉਂ, ਵੀ ਕਿਉਂ ਆਪਾਂ ਕਹਿੰਦੇ ਹਾਂ ਵੀ ਪਰਿਵਾਰ ਜਿਹੜਾ ਹੋਣਾ ਚਾਹੀਦਾ। ਤੋ ਪਰਿਵਾਰ ਇੱਕ ਪਲੇਟਫਾਰਮ ਜਿਹਦੇ 'ਚ ਅਸੀਂ
ਚੰਗੀਆਂ ਜਾਂ ਭੈੜੀਆਂ ਗੱਲਾਂ ਜਿਹੜੀਆਂ ਉਹ ਸਿੱਖਦੇ ਹਾਂ। ਦੇਖੋ ਜਿਹੜਾ ਅਹ, ਸਾਡਾ ਸਮਾਜ, ਸਾਡਾ ਜਿਹੜਾ ਪਰਿਵਾਰ ਹੈ ਨਾ, ਉਹਦੇ ਵਿੱਚ ਅਸੀਂ ਸਾਰੇ ਜੀ ਹੁੰਦੇ ਹਾਂ, ਔਰ ਇੱਕ ਦੇ ਜੀ ਦਾ ਸੁਭਾਅ ਦਾ ਅਸਰ, ਉਹਦੇ ਵਰਤਾਵੇ ਦਾ ਅਸਰ ਦੂਜੇ ਤੇ ਪੈਣਾ ਜ਼ਰੂਰੀ ਗੱਲ ਹੈ। ਸਾਨੂੰ ਵੈਸੇ ਜਿਹਦੇ ਨਾਲ ਵੀ ਅਸੀਂ ਮਿਲਦੇ ਹਾਂ ਉਹਦੇ ਸੁਭਾਅ ਦਾ ਅਸਰ ਸਾਡੇ ਤੇ ਪੈਂਦਾ ਹੈ, ਪਰੰਤੂ ਜਿਹੜੇ ਪਰਿਵਾਰਕ ਸਾਂਝ ਦੀ ਗੱਲ ਹੈ, ਪਰਿਵਾਰਾਂ ਵਿੱਚ ਕਿਉਂਕਿ ਅਸੀਂ ਬਹੁਤਾ ਸਮਾਂ ਪਰਿਵਾਰ ਵਿੱਚ ਬਤੀਤ ਕਰਦੇ ਹਾਂ, ਤਾਂ ਇਸ ਕਰਕੇ ਸਾਡਾ ਸਾਡੇ ਜਿਹੜਾ ਸੁਭਾਅ ਬਣਦਾ ਹੈ, ਉਹਦੇ ਸੁਭਾਅ ਤੇ ਸਾਡੇ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਬਹੁਤ ਜ਼ਿਆਦਾ ਹੱਥ ਹੁੰਦਾ ਹੈ, ਉਹਨਾਂ ਦਾ ਸਾਡੇ ਤੇ ਪ੍ਰਭਾਵ ਹੁੰਦਾ ਹੈ। ਤਾਂ ਇਸ ਕਰਕੇ ਜੇਕਰ ਪਰਿਵਾਰ ਦੇ ਵਿੱਚ ਜਿਹੋ ਜਿਹੇ ਹਾਲਾਤ ਚੱਲਦੇ ਨੇ, ਉਹੋ ਜਿਹੇ ਹਾਲਾਤ ਸਾਡੇ ਆਉਣ ਵਾਲੀ ਜਨਰੇਸ਼ਨ ਦੇ ਜਿਹੜੇ ਨੇ ਬਣਦੇ ਨੇ। ਪਰਿਵਾਰ ਇੱਕ ਐਸਾ ਪਲੇਟਫਾਰਮ ਹੈ ਜਿੱਥੇ ਅਸੀਂ ਚੰਗੀਆਂ ਜਾਂ ਭੈੜੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦਾ ਪ੍ਰਭਾਵ ਸਾਡੇ ਤੇ ਪੈਂਦਾ ਹੈ। ਸਾਡੀਆਂ ਸਮਾਜਿਕ ਕਦਰਾਂ ਕੀਰਤੀਆਂ ਜਿਹੜੀਆਂ ਨੇ ਉਹ ਉਸੇ ਤਰ੍ਹਾਂ ਦੀਆਂ ਬਣ ਜਾਂਦੀਆਂ ਨੇ ਜਿਸ ਤਰ੍ਹਾਂ ਦਾ ਸਾਡਾ ਸੁਭਾਅ ਹੈ ਔਰ ਜਿਹੋ ਜਿਹਾ ਸਾਡਾ ਪਰਿਵਾਰ ਵਿੱਚ ਮਾਹੌਲ ਹੈ। ਦੇਖੋ, ਛੋਟੇ ਬੱਚੇ ਜਿਹੜੇ ਨੇ ਉਹ ਜਿਸ ਵੇਲੇ ਬੱਚਿਆਂ ਦਾ ਪਾਲਣ ਪੋਸ਼ਣ ਹੁੰਦਾ ਹੈ, ਦੇਖੋ ਹਰ ਮਾਤਾ ਪਿਤਾ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਦਾ ਹੈ, ਪਰ ਉਸ ਪਾਲਣ ਪੋਸ਼ਣ ਦੇ ਵਿੱਚ ਜਿਹੜਾ ਕਲਾਈਮੇਟ ਕੀ ਹੈ, ਉਹਦਾ ਐਟਮੋਸਫੀਅਰ ਕੀ ਹੈ ਫੈਮਿਲੀ ਦਾ, ਜਾਂ ਜਿਹੜੇ ਪਾਲਣ ਪੋਸ਼ਣ ਕਰਨ ਵਾਲੇ ਨੇ ਮਾਤਾ ਪਿਤਾ ਭੈਣ ਭਰਾ ਜਿਹੜੇ ਨੇ, ਉਹਨਾਂ ਦੇ ਸੁਭਾਅ ਦਾ ਜਿਹੜਾ ਉਹਦਾ ਉਸ ਬੱਚੇ ਦੀ ਘਾੜਤ ਤੇ ਅਸਰ ਪੈਂਦਾ, ਤੇ ਉਹੋ ਹੀ ਪਰਿਵਾਰ ਅੱਗੋਂ ਬਣਦੇ ਨੇ। ਕਿਉਂਕਿ ਪਰਿਵਾਰ ਤੇ ਚੱਲਦੇ ਰਹਿੰਦੇ ਨਾ, ਵੀ ਅਗਲੀ ਪੀੜ੍ਹੀ ਚਲ ਗਈ, ਨਵੀਂ ਆ ਗਈ, ਤਾਂ ਇਹ ਜਿਹੜਾ ਪਰਿਵਾਰ ਦਾ ਸਾਰਾ ਸਿਸਟਮ ਚੱਲ ਰਿਹਾ ਹੈ, ਉਹਦੇ 'ਚ ਬੱਚੇ ਦਾ ਜੇਕਰ ਤੇ ਪਾਲਣ ਪੋਸ਼ਣ ਜਿਹੜਾ ਬੜੇ ਪਿਆਰ ਨਾਲ ਹੋਏਗਾ ਤਾਂ ਉਹ ਬੱਚਾ ਜਿਹੜਾ ਉਹ ਬੜੇ ਸਵੈਮਾਨੀ ਹੋਏਗਾ, ਆਪਣੇ ਆਪ ਨੂੰ ਸੁਰੱਖਿਅਤ ਸਮਝੇਗਾ। ਪਰੰਤੂ ਜੇਕਰ ਬੱਚਾ ਜਿਹੜਾ ਉਹ ਪਿਆਰ ਤੋਂ ਵਾਂਝਾ ਹੈ ਤਾਂ ਫਿਰ ਉਹ ਆਤਮ ਵਿਸ਼ਵਾਸ ਤੋਂ ਸਖਣਾ ਹੋ ਜਾਏਗਾ। ਤੁਸੀਂ ਦੇਖਿਆ ਹੋਣਾ ਕਿ ਜਿਨ੍ਹਾਂ ਘਰਾਂ ਵਿੱਚ ਜ਼ਿਆਦਾ ਕਲਹ ਕਲੇਸ਼ ਰਹਿੰਦੇ ਨੇ, ਉਹਨਾਂ ਦੇ ਮਾਤਾ ਪਿਤਾ 'ਚ ਅਗਰ ਕੋਈ ਆਪਸ 'ਚ ਮਾਤਾ ਪਿਤਾ ਦੀ ਨਹੀਂ ਬਣਦੀ, ਉਹ ਸਭ ਤੋਂ ਵਰਸਟ ਸਿਚੁਏਸ਼ਨ ਹੁੰਦੀ ਹੈ ਜਿਸ ਵੇਲੇ ਮੀਆਂ ਬੀਵੀ ਦੀ ਨਾ ਬਣਦੀ ਹੋਵੇ, ਤਾਂ ਉਹਨਾਂ ਦਾ ਜਿਹੜਾ ਆਉਣ ਵਾਲਾ ਪਰਿਵਾਰ ਹੈ, ਭਾਵ ਜਿਹੜੇ ਬੱਚੇ ਨੇ, ਉਹਨਾਂ ਦੀ ਬਹੁਤ ਹੀ ਤਰਸਯੋਗ ਹਾਲਤ ਹੋ ਜਾਂਦੀ। ਤੋ ਇਸ ਕਰਕੇ ਉਹਨਾਂ ਨੂੰ ਪ੍ਰੋਪਰ ਪਿਆਰ ਨਹੀਂ ਮਿਲਦਾ। ਜੇ ਘਰ ਵਿੱਚ ਮਾਹੌਲ ਟੈਂਸ ਹੈ, ਘਰ ਵਿੱਚ ਲੜਾਈ ਝਗੜਾ ਰਹਿੰਦਾ ਹੈ, ਜਾਂ ਇੱਕ ਦੂਜੇ ਤੇ ਮੀਆਂ ਬੀਵੀ ਦਾ ਆਪਸ ਇਤਬਾਰ ਨਹੀਂ ਹੈ, ਪਰਸਪਰ ਪ੍ਰੇਮ ਨਹੀਂ ਹੈ, ਸਿਰਫ ਇੱਥੇ ਤੱਕ ਹੀ ਨਹੀਂ, ਬਾਕੀ ਵੀ ਜਿਹੜੇ ਘਰ ਦੇ ਮੈਂਬਰ ਨੇ, ਅਗਰ ਉਹਨਾਂ ਨਾਲ ਵੀ ਕਲਹ ਕਲੇਸ਼ ਚੱਲਦਾ ਹੈ ਤਾਂ ਬੱਚੇ ਦੇ ਮਨ ਤੇ ਬੜਾ ਜ਼ਬਰਦਸਤ ਅਸਰ ਪੈਂਦਾ ਹੈ। Family relations can greatly affect the children and shape who they become as adults. ਸੋ ਇਸ ਕਰਕੇ ਬੱਚਿਆਂ ਦੀ ਪਾਲਣ ਪੋਸ਼ਣ ਤੇ ਸਾਨੂੰ ਖਾਸ ਖਿਆਲ ਰੱਖਣਾ ਚਾਹੀਦਾ ਹੈ। ਆਪਾਂ ਜੇ ਇੱਕ ਨਰੋਆ ਪਰਿਵਾਰ ਸਿਰਜਣਾ ਚਾਹੁੰਦੇ ਹਾਂ ਤਾਂ ਨਰੋਏ ਪਰਿਵਾਰ ਦੀ ਪਨੀਰੀ ਜਿਹੜੀ ਆ ਉਹ ਬੱਚੇ ਨੇ। ਤੋ ਇਸ ਕਰਕੇ ਉਹਨਾਂ ਬੱਚਿਆਂ ਦੀ ਜਿਹੜੀ ਪਾਲਣਾ ਪੋਸ਼ਣ ਹੈ ਇੱਕ ਐਸੇ ਵਧੀਆ ਮਾਹੌਲ 'ਚ ਹੋਣੀ ਚਾਹੀਦੀ ਹੈ, ਤੇ ਤਾਈਓ ਸਮਾਜ ਜਿਹੜਾ, ਤਾਈਓ ਜਿਹੜਾ ਸਾਡਾ ਆਉਣ ਵਾਲਾ ਪਰਿਵਾਰ ਹੈ, ਜਿਵੇਂ ਮੈਂ ਪਹਿਲੇ ਬੇਨਤੀ ਕੀਤੀ ਹੈ ਕਿ ਪਰਿਵਾਰ ਤੇ ਇੱਕ ਟ੍ਰੇਨ ਦੀ ਤਰ੍ਹਾਂ ਵੀ, ਇੱਕ ਡੱਬਾ ਨਿਕਲ ਗਿਆ ਤੇ ਦੂਜਾ ਆ ਗਿਆ। ਤੋ ਇਸੇ ਤਰ੍ਹਾਂ ਜੇਕਰ ਅਸੀਂ ਚਾਹੁੰਦੇ ਹਾਂ ਕਿ ਨਰੋਆ ਪਰਿਵਾਰ ਸਿਰਜਿਆ ਜਾਏ, ਉਹਦੇ ਲਈ ਨਰੋਇਆ ਐਟਮੋਸਫੀਅਰ ਜਿਹੜਾ ਉਹ ਹੋਣਾ ਬੜਾ ਜ਼ਰੂਰੀ। ਤੁਸੀਂ ਦੇਖੋ, ਜੇ ਘਰਾਂ ਦੇ ਵਿੱਚ ਬੇਤਬਾਰੀ ਹੋਵੇ, ਘਰਾਂ ਵਿੱਚ ਲੜਾਈ ਝਗੜਾ ਹੋਵੇ, ਘਰਾਂ ਵਿੱਚ ਕਲਹ ਕਲੇਸ਼ ਰਹਿੰਦਾ ਹੋਵੇ, ਤਾਂ ਉਹਨਾਂ ਦੇ ਬੱਚੇ ਜਿਹੜੇ ਨੇ, ਜੇ ਆਪਾਂ ਇਹ ਆਸ ਰੱਖੀਏ ਕਿ ਉਹ ਬੱਚੇ ਜਿਹੜੇ ਨੇ ਉਹ ਵੱਡੇ ਹੋ ਕੇ ਵਧੀਆ ਬਣਨਗੇ, ਨਹੀਂ। ਦੇਖੋ, ਬੱਚਿਆਂ ਦੇ ਆਪਣੇ ਹੱਥ ਨਹੀਂ ਹੈ। ਬੱਚਿਆਂ ਨੂੰ ਜੈਸਾ ਮਾਹੌਲ ਅਸੀਂ ਪ੍ਰਦਾਨ ਕਰ ਰਹੇ ਹਾਂ, ਬੱਚੇ ਉਹੋ ਜਿਹੇ ਹੀ ਬਣਨਗੇ। ਤੋ ਜਿਹਨਾਂ ਘਰਾਂ ਵਿੱਚ ਕਲਹ ਕਲੇਸ਼ ਰਹਿੰਦਾ, ਜਿਨ੍ਹਾਂ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲੇ ਬੇਨਤੀ ਕਰਕੇ ਹਟਿਆ ਕਿ ਹਾਲਾਤ ਠੀਕ ਨਹੀਂ, ਉਹਨਾਂ ਦੇ ਬੱਚੇ ਜਿਹੜੇ ਨੇ ਉਹ ਮਾਨਸਿਕ ਰੋਗੀ ਬਣਦੇ ਨੇ, ਨਸ਼ਈ ਹੋ ਸਕਦੇ ਨੇ, ਅਨੈਤਿਕ ਹੋ ਸਕਦੇ ਨੇ, ਜਾਂ ਇਹੋ ਜਿਹੀਆਂ ਹੋਰ ਕਈ ਕਾਰਵਾਈਆਂ ਜਿਹੜੀਆਂ ਨੇ ਉਹ ਕਰ ਸਕਦੇ ਨੇ। ਤੋ ਇਸ ਕਰਕੇ ਇਹ ਬੜਾ ਜ਼ਰੂਰੀ ਹੈ ਕਿ ਘਰਾਂ ਦੇ ਹਾਲਾਤ ਜਿਹੜੇ ਐਟਮੋਸਫੀਅਰ ਹੈ, ਘਰਾਂ ਦਾ ਜਿਹੜਾ ਕਲਾਈਮੇਟ ਹੈ, ਸਾਰਾ ਐਟਮੋਸਫੀਅਰ ਹੈ, ਵਾਤਾਵਰਨ ਹੈ, ਉਹ ਠੀਕ ਹੋਣਾ ਚਾਹੀਦਾ। ਸਾਥ ਸੰਗਤ, ਮੈਂ ਬੇਨਤੀ ਕਰਦੇ ਹਾਂ ਕਿ ਮਾਤਾ ਪਿਤਾ ਬੱਚੇ ਲਈ ਰੋਲ ਮਾਡਲ ਹੁੰਦੇ ਨੇ। ਜਿਹੋ ਜਿਹਾ ਮਾਤਾ ਪਿਤਾ ਦਾ ਜੀਵਨ ਹੈ ਉਹੋ ਜਿਹਾ ਹੀ ਬੱਚੇ ਦਾ ਜੀਵਨ ਬਣੇਗਾ, ਕਿਉਂਕਿ ਬਹੁਤਾ
ਜਿਹੜਾ ਹਿੱਸਾ ਹੈ ਬੱਚੇ ਦੇ ਜੀਵਨ ਦੇ ਬਣਾਉਣ ਦਾ, ਉਹ ਮਾਤਾ ਪਿਤਾ ਤੇ ਹੀ ਡਿਪੈਂਡ ਕਰਦਾ। ਮੈਂ ਬੇਨਤੀ ਕਰਦੇ ਹਾਂ ਕਿ 2012 ਦੇ ਵਿੱਚ ਅਸੀਂ ਇੱਥੇ ਟੋਰਾਂਟੋ ਦੇ ਵਿੱਚ ਇੱਕ NGO ਬਣਾਈ, ਡਰੱਗ ਅਵੇਅਰਨੈਸ ਸੁਸਾਇਟੀ ਆਫ ਟੋਰਾਂਟੋ। ਤਾਂ ਉਹਦੇ ਵਿੱਚ ਸਾਡਾ, ਅਸੀਂ ਕਿਉਂ ਬਣਾਈ, ਉਹਦਾ ਕਾਰਨ ਰੀਜ਼ਨ ਇਹ ਸੀਗਾ ਕਿ ਅਸੀਂ ਇਹ ਦੇਖਿਆ ਕਿ ਬਹੁਤ ਸਾਰੇ ਹਾਈ ਸਕੂਲ ਦੇ ਬੱਚੇ ਜਾਂ ਯੂਨੀਵਰਸਿਟੀ ਜਾਣ ਵਾਲੇ ਜਿਹੜੇ ਬੱਚੇ ਨੇ, ਉਹਨਾਂ 'ਚੋਂ ਕਾਫੀ ਪਰਸੈਂਟੇਜ ਐਸੀ ਹੈ ਜਿਹੜੀ ਕੋਈ ਨਾ ਕੋਈ ਨਸ਼ਾ ਕਰਦੀ। ਤਾਂ ਸਾਨੂੰ ਇਸ ਗੱਲ ਦਾ ਬੜਾ ਫਿਕਰ ਹੋਇਆ ਵੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ, ਅਗਰ ਇਹ ਨਸ਼ਈ ਬਣ ਜਾਏਗੀ ਤਾਂ ਸਾਡਾ ਬਣੇਗਾ ਕਿ ਸਾਡੇ ਸਮਾਜ ਦਾ। ਤਾਂ ਇਸ ਲਈ ਅਸੀਂ ਸ਼ੁਰੂ ਕੀਤਾ ਕਿ ਬੱਚਿਆਂ ਤੋਂ ਪਤਾ ਕੀਤਾ ਜਾਏ, ਬਈ ਸਰਵੇ ਕੀਤਾ ਜਾਏ ਕਿ ਆਇਆ ਇਹ ਬੱਚੇ ਨਸ਼ੇ ਕਿਉਂ ਕਰਦੇ ਨੇ। ਤਾਂ ਸਾਧ ਸੰਗਤ ਜੀ, ਜਿਸ ਵੇਲੇ ਸਰਵੇ ਸ਼ੁਰੂ ਕੀਤਾ, ਬਹੁਤ ਸਾਰੇ ਸਕੂਲ ਗੋਇੰਗ ਚਿਲਡਰਨ ਜਿਹੜੇ ਬੱਚੇ ਨੇ, ਉਹਨਾਂ ਨੂੰ ਸਾਡੇ ਵਰਕਰ ਜਿਹੜੇ ਨੇ ਜਾ ਕੇ ਮਿਲੇ, ਤੇ ਸਾਨੂੰ ਜਿਹੜੀ ਇੱਕ ਫੀਡਬੈਕ ਮਿਲੀ ਹੈ ਉਹ ਬੜੀ ਹੈਰਾਨੀ ਵਾਲੀ ਸੀ। ਜਿਹੜੇ ਬੱਚੇ ਨਸ਼ੇ ਲੈਂਦੇ ਨੇ, ਜਿਸ ਨੂੰ ਪੁੱਛਿਆ ਗਿਆ ਵੀ ਤੁਸੀਂ ਕਿਉਂ ਕਰਦੇ ਹੋ, ਕਿਉਂ ਨਸ਼ਾ ਲੈਂਦੇ ਹੋ, ਤੇ ਉਹ ਕਹਿੰਦੇ ਜੀ ਸਾਡੇ ਮਤਲਬ ਹੈ ਵੀ ਸਾਡੇ ਪਿਤਾ ਜੀ ਜਿਹੜੇ ਨੇ ਉਹ ਦਾਰੂ ਪੀਂਦੇ ਨੇ, ਕੋਈ ਕਹਿੰਦਾ ਮੇਰਾ ਪਿਤਾ ਜਿਹੜਾ ਸਿਗਰਟ ਪੀਂਦਾ, ਕੋਈ ਕਹਿੰਦਾ ਮੇਰਾ ਕੁਛ ਕਰਦਾ। ਉਹ ਕਹਿੰਦੇ ਇਸ ਕਰਕੇ ਜੇ ਸਾਡੇ ਪਿਤਾ ਜੀ ਕਰ ਰਹੇ ਨੇ ਤੇ ਸਾਡੇ ਲਈ ਕੀ ਹਰਜ ਹੈ, ਇਹ ਠੀਕ ਹੀ ਹੋਣਾ ਜਿਹੜਾ ਕਰ ਰਹੇ ਨੇ। ਮਤਲਬ ਜਿਹੜਾ ਬੱਚਾ ਹੈਗਾ ਉਹਨੇ ਆਪਣੇ ਮਾਤਾ ਪਿਤਾ ਵੱਲ ਦੇਖਣਾ। ਇੱਥੇ ਤੱਕ ਤੇ ਹੈਰਾਨੀ ਦੀ ਗੱਲ ਹੋਈ, ਕਿਉਂਕਿ ਦੇਖੋ ਅਸੀਂ ਨਾ ਕਈ ਵਾਰੀ ਆਪਣੀ ਅੱਜ ਕੱਲ੍ਹ ਦੇ ਜਿਹੜਾ ਸੱਭਿਆਚਾਰ ਇਹੋ ਜਿਹਾ ਚੱਲ ਪਿਆ, ਬਹੁਤ ਗਿਣਤੀ ਜਿਹੜੀ ਹੈ ਉਹ ਇਸ ਗੱਲ ਦੀ ਮਾਣ ਸਮਝਦੇ ਨੇ ਵੀ ਸਾਡੇ ਘਰ 'ਚ ਤੇ ਬਾਹਰ ਹੈ ਜੀ। ਮੈਨੂੰ ਕੁਝ ਸਮਾਂ ਪਹਿਲੇ ਕਿਸੇ ਦੂਸਰੇ ਟਾਊਨ ਗਿਆ ਸਾਂ ਮੈਂ, ਉੱਥੇ ਕਿਸੇ ਸੱਜਣ ਵੱਲ ਜਿਹਨਾਂ ਦੇ ਘਰ ਜਾ ਕੇ ਕੋਈ ਗੱਲਬਾਤ ਕਰਨੀ ਸੀ, ਉੱਥੇ ਪਹੁੰਚੇ। ਬੜਾ ਵੈਲ ਆਫ ਫੈਮਿਲੀ ਸੀਗੀ, ਪਰ ਜਿਸ ਵੇਲੇ ਅਸੀਂ ਬੈਠੇ ਤੇ ਉੱਥੇ ਇੱਕ ਬੜਾ ਉਹਨਾਂ ਦੇ ਲਿਵਿੰਗ ਰੂਮ ਵਿੱਚ ਨਾ ਇੱਕ ਬਹੁਤ ਵਧੀਆ ਸ਼ੋਕੇਸ ਜਿਹਾ ਬਣਿਆ, ਤੇ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਸ਼ਰਾਬਾਂ ਪਈਆਂ ਸੀ। ਮਤਲਬ ਕਹਿੰਦੇ ਜੀ ਬੜੇ ਕੀਮਤੀ ਬ੍ਰਾਂਡ ਨੇ। ਤੇ ਦੂਜਾ ਹੈ, ਮੇਰਾ ਮਤਲਬ ਇਹ ਹੈ ਕਿ ਜੇਕਰ ਸਾਡਿਆਂ ਘਰਾਂ ਵਿੱਚ ਬਾਰਸ ਬਣ ਗਈਆਂ ਨੇ, ਤੇ ਫਿਰ ਅਸੀਂ ਇਹ ਆਸ ਕਰੀਏ ਕਿ ਆਉਣ ਵਾਲੀ ਸਾਡੀ ਜਨਰੇਸ਼ਨ ਕਿਹੋ ਜਿਹੀ ਹੋਏਗੀ, ਸਾਨੂੰ ਇਹਦੇ ਤੋਂ ਬਹੁਤਾ ਸ਼ੱਕ ਨਹੀਂ ਹੋਣਾ ਚਾਹੀਦਾ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮਾਤਾ ਪਿਤਾ, ਘਰ ਦਾ ਮਾਹੌਲ ਜਿਹੜਾ ਹੈ, ਇਹ ਆਉਣ ਵਾਲੀ ਜਨਰੇਸ਼ਨ ਲਈ ਰੋਲ ਮਾਡਲ ਹੁੰਦਾ ਹੈ। ਤਾਂ ਸਾਧ ਸੰਗਤ, ਮੈਂ ਬੇਨਤੀ ਕਰ ਰਿਹਾ ਸਾਂ, ਜਿਸ ਵੇਲੇ ਉਹਨਾਂ ਬੱਚਿਆਂ 'ਚ ਸਰਵੇ ਕੀਤਾ ਗਿਆ ਵੀ ਤੁਹਾਡੇ ਕੀ, ਕਿਉਂਕਿ ਬੱਚੇ ਜਿਹੜੇ ਨੇ ਉਹ ਹਰ ਗੱਲ ਜਿਹੜੀ ਉਹਨਾਂ ਨੇ ਉਹ ਖਾਸ ਕਰਕੇ ਮੈਂ ਬੇਨਤੀ ਕਰਦੇ ਹਾਂ, ਸਾਡੇ ਇਸ ਮਤਲਬ ਇਹਨਾਂ ਵੈਸਟਰਨ ਕੰਟਰੀਜ਼ ਦੇ ਵਿੱਚ ਬੱਚੇ ਜਿਹੜੇ ਨੇ, ਤੁਸੀਂ ਜਦ ਵੀ ਗੱਲ ਕਰੋ, ਜੋ ਸਾਡਾ ਤਜਰਬਾ, ਆਈ ਮੇ ਬੀ ਰੋਂਗ ਆਲਸੋ, ਕਿ ਅਸੀਂ ਜਿਸ ਵੇਲੇ ਬੱਚੇ ਨੂੰ ਗੱਲ ਪੁੱਛਦੇ ਹਾਂ ਉਹ ਬਿਲਕੁਲ ਠੀਕ ਗੱਲ ਦੱਸਦੇ ਨੇ, ਪਰਦਾ ਨਹੀਂ ਪਾਉਂਦੇ। ਇਹ ਚੰਗੀ ਵੀ ਗੱਲ ਹੈ। ਤਾਂ ਬੱਚਿਆਂ ਨੇ ਸਾਨੂੰ ਜਿਹੜੀ ਗੱਲ ਦੱਸੀ, ਅਸੀਂ ਕੁਝ ਬੱਚਿਆਂ ਨੂੰ ਪੁੱਛਿਆ ਵੀ ਜੇ ਤੁਸੀਂ, ਚਲੋ ਕਹਿੰਦੇ ਵੀ ਅਸੀਂ ਸ਼ਰਾਬ ਪੀ ਲੈਂਦੇ ਹਾਂ ਥੋੜੀ ਜਿਹੀ, ਤੇ ਤੁਸੀਂ ਕਿੱਦਾਂ ਅਰੇਂਜ ਕਿਵੇਂ ਕਰਦੇ ਹੋ, ਤੁਹਾਨੂੰ ਮਿਲਦੀ ਕਿੱਦਾਂ ਹੈ, ਕੀ ਕਰਦੇ ਹੋ? ਉਹ ਕਹਿੰਦੇ ਜੀ ਗੱਲ ਇਹ ਆ ਵੀ ਅਸੀਂ ਮਾਤਾ ਪਿਤਾ ਸਾਨੂੰ ਮਨਾ ਕਰਦੇ ਨੇ ਵੀ ਤੁਸੀਂ ਨਹੀਂ ਪੀਣੀ, ਤੇ ਫਿਰ ਕਹਿੰਦੇ ਅਸੀਂ ਜਿਸ ਵੇਲੇ ਘਰ 'ਚ ਨਹੀਂ ਹੁੰਦੇ ਮਾਤਾ ਪਿਤਾ, ਅਸੀਂ ਫ੍ਰਿਜ ਖੋਲੀਦਾ ਤੇ ਥੋੜੀ ਜਿਹੀ ਮਤਲਬ ਉਹ ਛੁਪਾ ਲਈ ਦੀ ਆਪਣੇ ਬਾਟਲ, ਤੇ ਮੁੜ ਕੇ ਉੱਥੇ ਪਾਣੀ ਪਾ ਕੇ ਉਹਨੂੰ ਬਰਾਬਰ ਕਰ ਦਿੰਦਾ, ਤਾਂ ਜੇ ਪਿਤਾ ਨੂੰ ਪਤਾ ਨਾ ਲੱਗੇ ਕਿ ਇਹ 'ਚੋਂ ਕੁਛ ਪਿਲਫਰੇਜ ਹੋਈ। ਸੋ ਮੇਰਾ ਮਤਲਬ ਇਹ ਹੈ, ਹੁਣ ਜੇਕਰ ਘਰ ਵਿੱਚ ਅਵੇਲੇਬਿਲਿਟੀ ਹੈ, ਜਿਹੜੀ ਅਵੇਲੇਬਿਲਿਟੀ ਹੈ ਨਾ, ਤੇ ਉਸੇ ਕਰਕੇ ਬੱਚੇ ਨੂੰ ਮਤਲਬ ਹੈ ਵੀ ਉਹ ਓਪਰਚੁਨਿਟੀ ਮਿਲ ਗਈ ਕਿ ਉਹਨੇ ਉੱਥੋਂ ਚੱਖ ਲਿਆ। ਇੱਕ ਵਾਰੀ ਇਹ ਜਿਹੜੀ ਮਾੜੀ ਚੀਜ਼ ਹੈ, ਇਹਦਾ ਸਵਾਦ ਮਨ 'ਚ ਪੈ ਜਾਏ ਤਾਂ ਫਿਰ ਤੁਹਾਨੂੰ ਪਤਾ ਹੀ ਹੈ, ਉਸ ਤੋਂ ਬਚਣਾ ਬੜਾ ਮੁਸ਼ਕਲ ਹੁੰਦਾ। ਸੋ ਇਸ ਕਰਕੇ ਚੰਗਾ ਨਰੋਆ ਪਰਿਵਾਰ ਸਿਰਜਣ ਦੇ ਲਈ ਸਾਨੂੰ ਘਰ ਵਿੱਚ ਚੰਗਾ ਨਰੋਆ ਮਾਹੌਲ ਬਣਾਉਣਾ ਜ਼ਰੂਰੀ ਹੈ, ਤੇ ਉਹਦੇ ਲਈ ਸਾਨੂੰ ਇਨੀਸ਼ੀਏਟਿਵ ਇਹ ਲੈਣਾ ਪੈਣਾ ਕਿ ਸਾਡਾ ਆਪਣਾ ਜੀਵਨ ਜਿਹੜਾ ਚੰਗਾ ਤੇ ਨਰੋਆ ਹੋਵੇ। ਜਿਸ ਮਾਤਾ ਪਿਤਾ ਦਾ ਆਪਣਾ ਜੀਵਨ ਚੰਗਾ ਨਰੋਆ ਹੈ, ਉਹਨੂੰ ਬਹੁਤੀ ਇਸ ਗੱਲ ਦੀ ਫਿਕਰ ਕਰਨ ਦੀ ਲੋੜ ਨਹੀਂ ਕਿ ਉਹਦੇ ਬੱਚੇ ਕਿਹੋ ਜਿਹੇ ਹੋਣਗੇ। ਉਹਦੇ ਬੱਚੇ ਜਿਹੜੇ ਨੇ ਉਹ ਉਸੇ ਤਰ੍ਹਾਂ ਹੋਣਗੇ ਜਿਹੋ ਜਿਹੇ ਉਹ ਚੱਲਦੇ ਨੇ, ਕੋਈ ਐਕਸੈਪਸ਼ਨਸ ਹੋ ਸਕਦੀਆਂ ਨੇ। ਤਾਂ ਆਓ ਸਾਧ ਸੰਗਤ, ਆਪਾਂ ਕਿਉਂਕਿ ਪਰਿਵਾਰਾਂ ਦੀ ਗੱਲ ਕਰ ਰਹੇ ਹਾਂ, ਤਾਂ ਜਿਹੜਾ ਪਰਿਵਾਰਕ ਸਿਸਟਮ ਹੈ, ਇਹ ਕਿਉਂਕਿ ਆਪਾਂ ਗੁਰਮਤਿ ਦੇ ਪਰਿਵਾਰ ਦੀ ਗੱਲ ਕਰਨੀ ਹੈ, ਤੇ ਪਰਿਵਾਰਕ ਸਿਸਟਮ ਬਾਰੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਭਾਰਤੀ ਸੱਭਿਆਚਾਰ ਅਨੁਸਾਰ ਜਿਹੜਾ ਯੋਗ ਮਤ ਹੈ, ਉਹਦੇ ਵਿੱਚ ਪਰਿਵਾਰ ਦੀ ਕੀ ਮਹੱਤਤਾ ਹੈ। ਦੇਖੋ, ਯੋਗ ਮਤ ਵਿੱਚ ਯੋਗੀ ਲੋਕ ਜਿਹੜੇ ਨੇ ਉਹ ਤੇ ਵਿਆਹ ਹੀ ਨਹੀਂ ਕਰਾਉਂਦੇ, ਤੇ ਜੇਕਰ ਕੋਈ ਵਿਆਹ ਹੋਵੇ, ਬਾਅਦ ਵਿੱਚ ਉਹਨੇ ਯੋਗ ਧਾਰਨ ਕਰਨਾ ਹੋਵੇ, ਤਾਂ ਫਿਰ ਉਹ ਆਪਣੇ ਘਰਦਿਆਂ ਨੂੰ ਮਤਲਬ ਆ ਵੀ ਛੱਡ ਕੇ ਤੇ ਆਪਣੇ ਖਿਮਾ ਕਰਨਾ, ਉਹ ਫਿਰ ਆਪਣੇ ਘਰਦਿਆਂ ਨੂੰ ਛੱਡ ਕੇ ਉਸੇ ਤਰ੍ਹਾਂ
ਮਤਲਬ ਉਹਨੂੰ ਇਹ ਨਹੀਂ ਪਤਾ ਮੇਰੇ ਬਾਲ ਬੱਚੇ ਦਾ ਕੀ ਬਣੇਗਾ, ਕੁਝ ਹੋਏਗਾ, ਪਰ ਉਹ ਉਸੇ ਤਰ੍ਹਾਂ ਉਹਨਾਂ ਨੂੰ ਛੱਡ ਕੇ ਰੱਬ ਵਾਸਤੇ ਛੱਡ ਕੇ ਚਲੇ ਜਾਂਦੇ ਨੇ। ਸੋ ਇਸ ਕਰਕੇ ਪਰਿਵਾਰ ਦੀ ਮਹੱਤਤਾ ਉਹਨਾਂ 'ਚ ਨਹੀਂ ਹੈ। ਦੂਸਰਾ, ਜਿਹੜਾ ਸਾਡਾ ਵੈਦਿਕ ਆਸ਼ਰਮ ਹੈ, ਉਹਦੇ ਮੁਤਾਬਕ 25 ਸਾਲ ਤੋਂ 25 ਸਾਲ ਤੱਕ ਬ੍ਰਹਮਚਾਰਿਆ ਔਰ 25 ਤੋਂ 50 ਸਾਲ ਤੱਕ ਜਿਹੜਾ ਹੈ, ਉਹਨਾਂ ਦਾ ਗ੍ਰਸਥ ਆਸ਼ਰਮ ਹੈ। ਔਰ ਉਸ ਤੋਂ ਬਾਅਦ ਜਿਹੜਾ ਵਾਨਪ੍ਰਸਥ ਆਸ਼ਰਮ ਹੈ, ਜ਼ਿੰਦਗੀ ਦਾ ਤੀਜਾ ਪੜਾਅ, ਉਹ 50 ਤੋਂ 75 ਸਾਲ ਤੱਕ ਉਹਨਾਂ ਨੇ ਮਿੱਥਿਆ। ਤੋ ਸਾਧ ਸੰਗਤ, ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਵੀ ਜੇਕਰ 50 ਤੋਂ 75 ਸਾਲ ਦਾ ਉਹ ਜਿਹੜਾ ਸਮਾਂ ਹੈ, ਉਹ ਕੇਵਲ ਮਤਲਬ ਸਪਿਰਿਚੁਅਲਿਟੀ ਲਈ ਰੱਖਿਆ ਹੈ, ਤੇ ਇਹਦਾ ਮਤਲਬ 50 ਸਾਲ ਤੱਕ ਤੇ ਉਹਨਾਂ ਨੂੰ ਮਤਲਬ ਛੁੱਟੀ ਹੈ, ਉਹਨਾਂ ਨੂੰ ਮਤਲਬ ਇਸ ਪਾਸੇ ਨਾਮ ਸਿਮਰਨ ਦੀ ਜਾਂ ਰੱਬੀ ਅਰਾਧਨਾ ਦੀ ਲੋੜ ਹੈ ਜਾਂ ਨਹੀਂ ਹੈ, ਇਹਦੇ ਬਾਰੇ ਸੋਚਣ ਦੀ ਲੋੜ। ਦੂਜੀ ਗੱਲ ਇਹ ਹੈ ਕਿ ਜਿਸ ਵੇਲੇ 50 ਸਾਲ ਤੋਂ 75 ਸਾਲ ਤੱਕ ਉਹ ਵਾਨਪ੍ਰਸਥ ਆਸ਼ਰਮ ਪ੍ਰਵੇਸ਼ ਕਰਦੇ ਨੇ, ਉਸ ਵੇਲੇ ਉਹ ਆਪਣਾ ਘਰ-ਬਾਰ ਛੱਡ ਕੇ ਜੰਗਲਾਂ 'ਚ ਚਲੇ ਜਾਂਦੇ ਜਾਂ ਕਿਤੇ ਹੋਰ ਜਿਹੜਾ ਉਹ ਆਪਣੇ ਧਿਆਨ ਜੋੜਨ ਲਈ ਜਾਂਦੇ ਨੇ। ਇਹਦਾ ਮਤਲਬ ਹੈ ਉਸ ਵੇਲੇ ਫਿਰ ਉਹ 50 ਸਾਲ ਤੋਂ ਬਾਅਦ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਛੱਡ ਦਿੰਦੇ ਨੇ। ਤੇ ਇਹ ਵੀ ਇੱਕ ਮਤਲਬ ਪਰਿਵਾਰ ਦਾ ਜਿਹੜਾ ਕਿਸ ਤਰ੍ਹਾਂ ਚੱਲਦਾ ਹੈ ਜਾਂ ਕੀ ਹਾਲਾਤ ਨੇ, ਆਪਾਂ ਸੋਚ ਸਕਦੇ ਹਾਂ। ਬਿਲਕੁਲ ਇਹਦੇ ਵਿਪਰੀਤ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਇੱਕ ਨਿਰਮਲ ਪੰਥ ਚਲਾਇਆ, ਇਹਦੇ ਵਿੱਚ ਗ੍ਰਸਤ ਨੂੰ ਪ੍ਰਧਾਨਤਾ ਦਿੱਤੀ। ਹਰ ਮਨੁੱਖ ਨੂੰ, ਔਰ ਗੁਰਬਾਣੀ ਵਿੱਚ ਸਾਨੂੰ ਥਾਂ ਥਾਂ ਤੇ ਐਸੀ ਸਿੱਖਿਆ ਮਿਲਦੀ ਹੈ ਕਿ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬਾਣੀ ਸਾਨੂੰ ਬਾਰ-ਬਾਰ ਇਸ ਗੱਲ ਦਾ ਜ਼ੋਰ ਦਿੰਦੀ ਹੈ ਕਿ ਤੁਸੀਂ ਆਪਣੀਆਂ ਗ੍ਰਸਤੀ ਜ਼ਿੰਮੇਵਾਰੀਆਂ ਜਿਹੜੀਆਂ ਪੂਰੀਆਂ ਕਰਦਿਆਂ ਰੱਬ ਨਾਲ ਜੁੜ ਸਕਦੇ ਹੋ। ਇਹਦਾ ਮਤਲਬ ਹੈ ਕਿ ਰੱਬ ਨਾਲ ਜੁੜਨ ਲਈ ਸਾਨੂੰ ਪਰਿਵਾਰ ਤੋਂ ਭੱਜਣ ਦੀ ਲੋੜ ਨਹੀਂ, ਬਲਕਿ ਗ੍ਰਸਤ ਵਿੱਚ ਰਹਿ ਕੇ ਮਨੁੱਖ ਜ਼ਿਆਦਾ ਠੀਕ ਜਿਹੜਾ ਹੈ ਉਹ ਪਰਿਵਾਰ ਵਾਹਿਗੁਰੂ ਖਿਮਾ ਕਰਨਾ ਪਰਮਾਤਮਾ ਨਾਲ ਜੁੜ ਸਕਦਾ। ਅਸੀਂ ਇਸ ਪਲੇਟਫਾਰਮ ਤੇ ਪਿੱਛੇ ਸਿੱਧ ਗੋਸ਼ਟ ਜਿਹੜੀ ਹੈ ਉਹਦੀ ਵਿਚਾਰ ਵੀ ਸੁਣੀ, ਪੂਰੀ ਸਿੱਧ ਗੋਸ਼ਟ। ਤੇ ਤੁਸੀਂ ਦੇਖਿਆ ਸਿੱਧ ਗੋਸ਼ਟ ਦੇ ਵਿੱਚ ਯੋਗੀਆਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਸੇ ਗੱਲ ਦਾ ਉਹਨਾਂ ਨੂੰ ਗਿਆਨ ਦਿੱਤਾ ਕਿ ਤੁਸੀਂ ਘਰ-ਬਾਰ ਛੱਡ ਕੇ ਇੱਥੇ ਆ ਕੇ ਜੰਗਲਾਂ ਜਾਂ ਪਹਾੜਾਂ 'ਚ ਬਹਿ ਗਏ ਹੋ, ਤੁਸੀਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਤੇ ਕਿਉਂ ਭੱਜ ਕੇ ਆਏ ਹੋ। ਤਾਂ ਇਹਦਾ ਮਤਲਬ ਇਹ ਹੈ ਕਿ ਗੁਰੂ ਨਾਨਕ ਮੱਤ ਵਿੱਚ ਪਰਿਵਾਰ ਦੀ ਬਹੁਤ ਮਹੱਤਤਾ ਹੈ। ਔਰ ਦੇਖੋ ਜਿਹੜਾ ਸੰਸਾਰ ਹੈ ਕੀ ਹੈ, ਸਾਰੇ ਪਰਿਵਾਰ ਰਲ ਕੇ ਤੇ ਸੰਸਾਰ ਬਣਦੇ ਨੇ। ਇਸ ਕਰਕੇ ਜੇਕਰ ਪਰਿਵਾਰ ਠੀਕ ਹੈ ਤਾਂ ਸੰਸਾਰ ਠੀਕ ਹੈ। ਜੇਕਰ ਆਪਾਂ ਪਰਿਵਾਰ ਤੋਂ ਭੱਜ ਜਾਂਦੇ ਹਾਂ ਤਾਂ ਸਮਝੋ ਅਸੀਂ ਸੰਸਾਰ ਤੋਂ ਭੱਜ ਗਏ। ਤਾਂ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਯੋਗ ਮਤ ਔਰ ਜਿਹੜਾ ਦੂਸਰਾ ਆਪਾਂ ਗੱਲ ਕੀਤੀ ਵੈਦਿਕ ਮਤ ਜਿਹੜਾ ਹੈ, ਉਹਨਾਂ ਤੋਂ ਬਿਲਕੁਲ ਵਿਪਰੀਤ ਜਿਹੜੀ ਹੈ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਕਿ ਆਪਾਂ ਪਰਿਵਾਰਾਂ ਦੇ ਵਿੱਚ ਰਹਿ ਕੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾ ਕੇ ਅਸੀਂ ਆਪਣੇ ਬਾਲ ਬੱਚੇ ਦਾ ਪਾਲ ਪੋਸ਼ਣ ਕਰਨਾ, ਆਪਣੀਆਂ ਫੈਮਿਲੀਜ਼ ਚਲਾਉਣੀਆਂ ਨੇ। ਜਿਸ ਨੂੰ ਪਹਿਲੇ ਬੇਨਤੀ ਕੀਤੀ ਹੈ, ਸਾਰੀਆਂ ਫੈਮਿਲੀ, ਸਾਰੇ ਪਰਿਵਾਰ ਮਿਲ ਕੇ ਹੀ ਸੰਸਾਰ ਬਣਦਾ। ਸੰਸਾਰ ਕੋਈ ਵੱਖਰੀ ਚੀਜ਼ ਨਹੀਂ ਹੈ ਤੇ ਪਰਿਵਾਰ ਕੋਈ ਵੱਖਰੀ ਚੀਜ਼ ਨਹੀਂ ਹੈ। ਪਰਿਵਾਰ ਸੰਸਾਰ ਦਾ ਇੱਕ ਬਹੁਤ ਛੋਟਾ ਜਿਹਾ ਇਕਾਈ ਹੈ। ਤੋਂ ਪਰ ਇੱਕ ਇਕਾਈ ਜਿਹੜੀ ਹੈ ਉਹ ਠੀਕ ਹੋਏਗੀ ਤੇ ਤਾਂ ਹੀ ਸੰਸਾਰ ਠੀਕ ਹੋਏਗਾ। ਦੇਖੋ ਸਾਡਾ ਜਿਹੜਾ ਸਰੀਰ ਹੈ ਇਹਦੇ 'ਚ ਬਹੁਤ ਸਾਰੇ ਅੰਗ ਨੇ। ਇਹਦੇ 'ਚ ਸਿਰ ਵੀ ਹੈ, ਇਹਦੇ 'ਚ ਪੈਰ ਵੀ ਨੇ, ਇਹਦੇ 'ਚ ਅੱਖਾਂ ਵੀ ਹੈ, ਇਹਦੇ 'ਚ ਨੱਕ ਵੀ ਹੈ, ਇਹਦੇ 'ਚ ਹੱਥ ਵੀ ਹੈ, ਇਹਦੇ 'ਚ ਲੱਤਾਂ ਸਾਰੀਆਂ ਨੇ। ਜੇਕਰ ਸਾਰੇ ਅੰਗ ਠੀਕ ਹੋਣਗੇ ਤੇ ਤਾਂ ਹੀ ਅਸੀਂ ਪਰਫੈਕਟ ਜੀਵਨ, ਅਸੀਂ ਤੰਦਰੁਸਤ ਤਾਂ ਹੀ ਹਾਂ ਜੇ ਸਾਰੇ ਸਾਡੇ ਜਿਹੜੇ ਅੰਗ ਨੇ ਉਹ ਠੀਕ ਚੱਲਦੇ। ਜੇ ਮੇਰੀ ਲੱਤ ਨਹੀਂ ਚੱਲਦੀ ਤਾਂ ਵੀ ਪ੍ਰੋਬਲਮ ਹੈ, ਜੇ ਮੇਰੀ ਅੱਖ ਨਹੀਂ ਚੱਲਦੀ ਤਾਂ ਵੀ ਪ੍ਰੋਬਲਮ। ਇਸੇ ਤਰ੍ਹਾਂ ਸੰਸਾਰ ਜਿਹੜਾ ਹੈ ਇਹ ਸਾਰੀਆਂ ਪਰਿਵਾਰਕ ਇਕਾਈਆਂ ਦਾ ਇਕੱਠ ਹੈ। ਤੇ ਜੇਕਰ ਕੋਈ ਇਕਾਈ ਜਿਹੜੀ ਹੈ ਉਹਦੇ ਵਿੱਚ ਵੀ ਕਮੀ ਰਹਿ ਜਾਏਗੀ ਤਾਂ ਸਮਝੋ ਸੰਸਾਰ ਵਿੱਚ ਕਮੀ ਰਹਿ ਜਾਏਗੀ। ਅੱਜ ਅਸੀਂ ਦੇਖਦੇ ਹਾਂ ਸੰਸਾਰ ਵਿੱਚ ਬਹੁਤ ਸਾਰਾ ਉਪੱਦਰ ਹੋ ਰਿਹਾ, ਬਲਾਤਕਾਰੀਆਂ ਨੇ, ਚੋਰੀਆਂ ਨੇ, ਡਾਕੇ ਨੇ, ਲੋਕੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਉਹਦਾ ਕਾਰਨ ਕੀ ਹੈ? ਕਾਰਨ ਇਹ ਹੈ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜੀਆਂ ਇਕਾਈਆਂ ਨੇ ਉਹ ਗਲਤ ਹੋ ਗਈਆਂ। ਜੇਕਰ ਇੱਕ ਬੰਦਾ ਜਿਹੜਾ ਅਨੈਤਿਕ ਹੋ ਗਿਆ ਤੇ ਜਿੱਥੇ ਉਹਦਾ ਆਪਣਾ ਜੀਵਨ ਖਰਾਬ ਹੁੰਦਾ ਹੈ ਉੱਥੇ ਉਹਨੇ ਹੋਰ ਕਈਆਂ ਦੇ ਜੀਵਨ ਤੇ ਅਸਰ ਪਾਉਣਾ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਚੰਗੇ ਪਰਿਵਾਰ ਦੀ ਗੱਲ ਕੀਤੀ ਹੈ। ਅਸਲ ਚੰਗਾ ਪਰਿਵਾਰ ਹੀ ਚੰਗਾ ਸੰਸਾਰ ਬਣਾ ਸਕਦਾ ਹੈ। ਤੋ ਚੰਗੇ ਪਰਿਵਾਰ ਜਿਹੜੇ ਉਹ ਕਿਵੇਂ ਬਣਦੇ ਨੇ, ਉਹਦੇ ਲਈ ਸਾਧ ਸੰਗਤ ਮੈਂ ਬੇਨਤੀ ਕਰਦੇ ਹਾਂ ਕਿ ਪਰਿਵਾਰ ਇਟਸੈਲਫ ਇੱਕ ਟ੍ਰੇਨਿੰਗ ਸਕੂਲ, ਹੋਰ ਕਿਤੋਂ ਬਾਹਰੋਂ ਨਹੀਂ ਆਉਣਾ। ਹਰ ਪਰਿਵਾਰ ਇੱਕ ਟ੍ਰੇਨਿੰਗ ਸਕੂਲ ਹੈ ਤੇ ਜਿਹਦੇ ਵਿੱਚ
ਉਹਨੂੰ ਉਹਦੇ ਮੁਤਾਬਕ ਜਿਹੜਾ ਉਹ ਚਾਂਸ ਮਿਲਦਾ ਹੈ, ਟ੍ਰੇਨਿੰਗ ਮਿਲਦੀ ਹੈ, ਤਾਂ ਜੀ ਉਹਦੇ ਜੀਵਨ ਦੀ ਘਾੜਤ ਘੜੀ ਜਾਏ। ਦੇਖੋ, ਅਸੀਂ ਆਪਣੇ ਪਰਿਵਾਰ ਚੋਂ ਹੀ ਸਦਾਚਾਰ ਸਿੱਖਦੇ ਹਾਂ। ਜਿਹੜੀਆਂ ਸਦਾਚਾਰਕ ਵੈਲਿਊ ਨੇ ਉਹ ਸਾਨੂੰ ਪਰਿਵਾਰ ਚੋਂ ਮਿਲਦੀਆਂ ਨੇ। ਜਿਹੋ ਜਿਹੇ ਪਰਿਵਾਰ ਦੇ ਵਿੱਚ, ਜਿਸ ਤਰ੍ਹਾਂ ਆਪਾਂ ਉੱਪਰ ਗੱਲ ਕਰਕੇ ਆਏ ਹਾਂ, ਕਿ ਜੇਕਰ ਅਸੀਂ ਆਪਣੇ ਬੱਚੇ ਨੂੰ ਸਦਾਚਾਰਕ ਗੱਲਾਂ ਸਿਖਾਵਾਂਗੇ, ਔਰ ਹਰ ਮਾਤਾ ਪਿਤਾ ਜਿਹੜਾ ਉਹ ਸਿਖਾਉਂਦਾ, ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਕੋਈ ਐਕਸੈਪਸ਼ਨ ਹੈ ਜਾਂ ਕੋਈ ਨਹੀਂ, ਹਰ ਮਾਤਾ ਪਿਤਾ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਬੱਚੇ ਨੂੰ ਚੰਗਾ ਦੇਖੇ, ਉਹਦਾ ਬੱਚਾ ਚੰਗੀ ਤਰ੍ਹਾਂ ਡਿਵੈਲਪ ਹੋਵੇ। ਹਾਂ, ਇਹ ਠੀਕ ਹੈ ਕਿ ਮਾਤਾ, ਜਿਵੇਂ ਆਪਾਂ ਪਹਿਲੇ ਡਿਸਕਸ ਕਰਕੇ ਆਏ, ਕਿ ਮਾਤਾ ਪਿਤਾ ਨੂੰ ਆਪਣੇ ਲਈ ਵੀ ਖਿਆਲ ਰੱਖਣਾ ਚਾਹੀਦਾ। ਜੇ ਆਪ, ਜਿਵੇਂ ਗੁਰਬਾਣੀ ਚਾਹੁੰਦਾ ਹੈ ਕਿ ਆਪ ਸਵਾਰੇ ਮੈਂ ਮਿਲੇ, ਜੇਕਰ ਅਸੀਂ ਆਪਣਾ ਆਪ ਸਵਾਰਾਂਗੇ ਤੇ ਤਾਂ ਹੀ ਸਾਡਾ ਅਗਲਾ ਜੀਵਨ ਜਿਹੜਾ ਖੁੱਲੇਗਾ। ਸੋ ਇਸ ਕਰਕੇ ਮਾਤਾ ਪਿਤਾ ਨੂੰ ਜਿੱਥੇ ਆਪਣਾ ਖਿਆਲ ਰੱਖਣਾ ਹੈ, ਉੱਥੇ ਜਿੱਥੇ ਆਪਾਂ ਇਹ ਗੱਲ ਕਰਦੇ ਹਾਂ ਕਿ ਪਰਿਵਾਰ ਇੱਕ ਟ੍ਰੇਨਿੰਗ ਸਕੂਲ ਹੈ, ਤੇ ਬੱਚੇ ਨੂੰ ਹਰ ਤਰ੍ਹਾਂ ਦੀ ਟ੍ਰੇਨਿੰਗ ਪਰਿਵਾਰ ਤੋਂ ਮਿਲਦੀ ਹੈ। ਤੇ ਇੱਕ ਚੰਗੇ ਪਰਿਵਾਰ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਬੱਚੇ ਨੂੰ ਚੰਗੀ ਸਿੱਖਿਆ ਜਿਹੜੀ ਦਿੱਤੀ ਜਾਏ। ਮੈਂ ਹੁਣ ਇੱਥੇ ਇੱਕ ਬੇਨਤੀ ਕਰਨ ਲੱਗਾ ਕਿ ਸਾਡਿਆਂ ਘਰਾਂ ਵਿੱਚ ਕਾਫੀ, ਮਤਲਬ ਮੈਂ ਆਪਣੀ ਕੌਮ ਦੀ ਗੱਲ ਕਰ ਲਈ, ਕਾਫੀ ਇਸ ਗੱਲ ਤੋਂ ਸਮੇਂ ਲੰਘ ਚੁੱਕੇ ਸਮੇਂ ਵਿੱਚ ਅਸੀਂ ਕਾਫੀ ਇਸ ਪਾਸੋਂ ਪਛੜ ਗਏ। ਬਹੁਤ ਸਾਰਿਆਂ ਘਰਾਂ ਦੇ ਵਿੱਚ, ਕਿਉਂਕਿ ਉਹਦਾ ਕਾਰਨ ਕੁਝ ਵੀ ਹੋ ਸਕਦਾ, ਚਾਹੇ ਪਦਾਰਥਵਾਦ ਦੀ ਦੌੜ ਹੈ, ਚਾਹੇ ਫੈਸ਼ਨ ਦੀ ਦੌੜ ਹੈ, ਕੁਝ ਵੀ ਹੈ, ਪਰ ਅਸੀਂ ਇਹ ਦੇਖਿਆ ਹੈਗਾ ਕਿ ਆਪਾਂ ਸਾਰੇ ਦੇਖਦੇ ਹਾਂ ਕਿ ਘਰਾਂ ਦੇ ਵਿੱਚ ਆਪਾਂ ਜੇਕਰ 50-60 ਸਾਲ ਪਹਿਲੇ, 100 ਸਾਲ ਪਹਿਲੇ ਦੀ ਗੱਲ ਕਰੀਏ, ਜਿਸ ਵੇਲੇ ਅਸੀਂ ਬਚਪਨ ਚ ਨਿਕਲੇ ਸਾਂ, ਤੇ ਸਾਡੇ ਮਾਤਾ ਇਸ ਗੱਲ ਦਾ ਪੂਰਾ ਖਿਆਲ ਰੱਖਦੀ ਸੀ ਕਿ ਅਸੀਂ ਸਮੇਂ ਸਿਰ ਉੱਠੀਏ, ਔਰ ਉੱਠ ਕੇ ਅਸੀਂ ਪਾਠ ਜ਼ਰੂਰ ਕਰੀਏ, ਗੁਰਦੁਆਰਾ ਸਾਹਿਬ ਜ਼ਰੂਰ ਜਾਈਏ, ਔਰ ਇੱਕ ਦੂਜੇ ਨੂੰ ਮਿਲਣ ਲੱਗਿਆ ਕਿਸ ਤਰ੍ਹਾਂ ਮਿਲਣਾ ਹੈ। ਮੇਰੇ ਕਹਿਣ ਦਾ ਮਤਲਬ ਜਿਹੜਾ ਧਾਰਮਿਕ ਤੇ ਸਦਾਚਾਰਕ ਜੀਵਨ ਹੈ, ਇਹਦੀ ਜਿਹੜੀ ਟ੍ਰੇਨਿੰਗ ਹੈ, ਇਹ ਸਾਨੂੰ ਘਰ ਤੋਂ ਹੀ ਮਿਲਦੀ ਹੈ। ਉਹ ਸਭ ਤੋਂ ਜ਼ਿਆਦਾ ਹਿੱਸਾ ਜਿਹੜਾ ਉਹ ਆਪਣੇ ਘਰ ਦਾ ਹੈ, ਇਹ ਸਦਾਚਾਰਕ ਔਰ ਧਾਰਮਿਕ ਜੀਵਨ। ਜੇਕਰ ਐਜ਼ ਪੇਰੈਂਟਸ ਅਸੀਂ ਇਸ ਗੱਲ ਦਾ ਧਿਆਨ ਨਹੀਂ ਦੇਵਾਂਗੇ, ਔਰ ਬਹੁਤ ਸਾਰੇ, ਮੈਂ ਜਿਹੜੀ ਗੱਲ ਕਹੀ ਹੈ ਕਿ ਪਿਛਲੇ ਸਮੇਂ 'ਚ ਕਿਉਂ ਫਰਕ ਆ ਰਿਹਾ ਹੈ, ਕਿਉਂਕਿ ਪ੍ਰਚਾਰਕ ਹੋਣ ਦੇ ਨਾਤੇ ਅਸੀਂ ਬਹੁਤ ਸਾਰੇ ਲੋਕਾਂ ਨਾਲ ਮਿਲਦੇ ਹਾਂ, ਮਿਲਦੇ ਜੁਲਦੇ ਹਾਂ, ਗੱਲਬਾਤ ਹੁੰਦੀ ਹੈ, ਤਾਂ ਬੜੇ ਲੋਕ ਜਿਹੜੇ ਨੇ ਉਹ ਇਸ ਗੱਲ ਜਾ ਕੇ ਪੁੱਛਿਆ। ਮੈਨੂੰ ਯਾਦ ਹੈ ਕੁਝ 3-4 ਸਾਲ ਪਹਿਲੇ ਗੱਲ ਹੈ, ਮੈਂ ਆਪਣੇ ਮਿਲਣ ਵਾਲੇ ਦੇ ਘਰ ਗਿਆ, ਤੇ ਉਹਨਾਂ ਦੇ ਘਰ ਵਿੱਚ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਮਤਲਬ ਵੀ ਹਾਈ ਸਕੂਲ ਦੇ ਬੱਚੇ ਸਨ, ਤੇ ਮੈਂ ਸਮਝਿਆ ਸੀ ਵੀ ਇਹ ਗੁਰਸਿੱਖ ਪਰਿਵਾਰ ਹੈ, ਤੇ ਨੈਚੁਰਲੀ ਜ਼ਰੂਰ ਹੈ ਕਿ ਇਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਪਾਠ ਵੀ ਆਉਂਦਾ ਹੋਏਗਾ, ਸਭ ਕੁਝ ਹੋਏਗਾ। ਤੇ ਮੈਂ ਪਹਿਲੇ ਇੱਕ ਬੱਚੇ ਨੂੰ ਪੁੱਛਿਆ, ਮੈਂ ਕਿਹਾ ਬੇਟਾ ਸਵੇਰੇ ਪਾਠ ਕਰਦਾ ਉਹਨੇ? ਤੇ ਉਹਨੇ ਅੱਗੇ ਮੁਸਕਰਾ ਦਿੱਤਾ। ਮੈਂ ਕਹਿੰਦਾ ਮਤਲਬ ਤੂੰ ਨਹੀਂ ਕਰਦਾ। ਫਿਰ ਮੈਂ ਅਗਲੀ ਗੱਲ ਪੁੱਛੀ, ਮੈਂ ਕਿਹਾ ਤੈਨੂੰ ਜਪਜੀ ਸਾਹਿਬ ਆਉਂਦਾ? ਕਹਿੰਦਾ ਜੀ ਨਹੀਂ ਆਉਂਦਾ। ਮੈਂ ਕਿਹਾ ਚੱਲ ਜਿੰਨਾ ਕੁ ਆਉਂਦਾ ਉਹਨਾਂ ਕੀ ਸੁਣਾ ਦੇ। ਕਹਿੰਦੇ ਮੈਨੂੰ ਤੇ ਆਉਂਦਾ ਹੀ ਨਹੀਂ। ਮੈਂ ਬੜਾ ਪਰੇਸ਼ਾਨ ਹੋਇਆ ਕਿ ਇੱਕ ਬੱਚਾ ਜਿਹੜਾ 8th ਗ੍ਰੇਡ ਵਿੱਚ ਹੈ, ਮਾਂ ਪਿਓ ਨੂੰ ਇਹ ਤੇ ਫਿਕਰ ਹੈਗਾ ਕਿ ਇਹਦੇ ਸਬਜੈਕਟ ਕਿਹੜੇ ਲੈਣੇ ਨੇ, ਇਹਦੀ ਟਿਊਟਰਿੰਗ ਕੀ ਪ੍ਰਬੰਧ ਕਰਨਾ ਹੈ, ਔਰ ਇਹਦਾ ਰਿਜ਼ਲਟ ਕਾਰਡ ਦੇਖਣਾ ਹੈ, ਜਾਂ ਇਹਨੂੰ ਕਿਤਾਬ ਲੈ ਕੇ ਦੇਣੀ ਹੈ, ਜਾਂ ਬਾਕੀ ਕੁਝ ਕਰਨਾ ਹੈ, ਗਾਈਡ ਕਰਨਾ ਹੈ, ਸਕੂਲੇ ਸਮੇਂ ਸਿਰ ਜਾਵੇ। ਤੇ ਇਸ ਪਾਸੇ ਤਾਂ ਮਤਲਬ ਕਦੀ ਪੁੱਛਿਆ ਹੀ ਨਹੀਂ। ਉਹ ਬੱਚਾ ਕਹਿੰਦਾ ਜੀ ਮੈਨੂੰ ਤੇ ਇੱਕ ਪੌੜੀ ਵੀ ਨਹੀਂ ਆਉਂਦੀ। ਮੈਂ ਬੜਾ ਪਰੇਸ਼ਾਨ ਹੋਇਆ। ਖੈਰ ਮੈਂ ਉਸ ਤੋਂ ਬਾਅਦ ਉਹਦੀ ਵੱਡੀ ਭੈਣ ਸੀ, ਉਸ ਤੋਂ 2 ਸਾਲ ਵੱਡੀ, ਮੈਂ ਉਹਦੇ ਵੱਲ ਵਧਿਆ। ਉਹ ਗ੍ਰੇਡ 10 ਵਿੱਚ ਸੀ। ਮੈਂ ਕਿਹਾ ਬੇਟਾ ਤੂੰ ਸੁਣਾ ਦੇ। ਉਹ ਕਹਿੰਦੀ ਮੈਨੂੰ ਵੀ ਨਹੀਂ ਆਉਂਦਾ। ਹੁਣ ਮੇਰੇ ਮਨ 'ਚ ਬੜਾ ਵੱਡਾ ਧੱਕਾ ਲੱਗਿਆ, ਸ਼ੌਕ ਲੱਗਿਆ ਕਿ ਜੇਕਰ ਅਸੀਂ ਹਾਈ ਸਕੂਲ ਤੱਕ ਬੱਚਾ ਪਹੁੰਚ ਗਿਆ, ਔਰ ਬੱਚਾ ਹੁਣ ਮਤਲਬ ਵੀ ਇਹ 12-14 ਸਾਲ ਬਾਅਦ ਤੇ ਬੱਚਾ ਵੈਸੇ ਹੀ ਇੰਡੀਪੈਂਡੈਂਟ ਹੋ ਜਾਂਦਾ, ਮਾਂ ਪਿਓ ਦੀ ਗੱਲ ਹੀ ਨਹੀਂ ਸੁਣਦਾ। ਉਸ ਸਮੇਂ ਮੈਂ ਖੁਦ ਸਭ ਕੁਝ ਆਉਂਦਾ। ਅਗਰ ਉਸ ਸਮੇਂ ਤੱਕ ਅਸੀਂ ਬੱਚੇ ਨੂੰ ਇਸ ਪਾਸੇ ਵੱਲ ਕੋਈ ਗਿਆਨ ਹੀ ਨਹੀਂ ਦਿੱਤਾ ਕਿ ਤੂੰ ਪਾਠ ਵੀ ਸਿੱਖਣਾ ਹੈ, ਤੂੰ ਗੁਰਦੁਆਰੇ ਵੀ ਜਾਣਾ ਹੈ, ਸੰਗਤ ਵੀ ਕਰਨੀ ਹੈ, ਤਾਂ ਇਹਦਾ ਮਤਲਬ ਇਹ ਹੈ ਕਿ ਸਾਡਾ ਆਉਣ ਵਾਲਾ ਭਵਿੱਖ, ਸਾਡੇ ਆਉਣ ਵਾਲੇ ਪਰਿਵਾਰ ਕਿਹੋ ਜਿਹੇ ਹੋਣਗੇ, ਇਹ ਸਾਨੂੰ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ। ਤਾਂ ਮੈਂ ਤਾਂ ਬੇਨਤੀ ਕਰ ਰਿਹਾ ਕਿ ਪਰਿਵਾਰ ਤੋਂ ਹੀ ਆਪਾਂ ਧਾਰਮਿਕ ਤੇ ਸਦਾਚਾਰਕ ਜੀਵਨ ਜਿਹੜਾ ਹੈ ਉਹਦੀ ਸਾਨੂੰ ਟ੍ਰੇਨਿੰਗ ਮਿਲਦੀ ਹੈ। ਇਸ ਤਰ੍ਹਾਂ ਜਿਹੜੀ ਵਿਦਿਆ ਤੇ ਆਤਮ ਨਿਰਭਰਤਾ ਹੈ ਉਹ ਵੀ ਸਾਨੂੰ ਪਰਿਵਾਰ ਤੋਂ ਹੀ ਮਿਲਦੀ ਹੈ। ਬੱਚਿਆਂ ਦੀ ਸਹਿਮਤੀ ਨਾਲ, ਦੇਖੋ ਜਿਹੜੇ ਪਰਿਵਾਰਕ ਅਸੀਂ ਕਰਮ ਕਰਦੇ ਹਾਂ, ਬੱਚਿਆਂ ਦੀ ਸਹਿਮਤੀ ਨਾਲ ਫਿਰ ਉਹਨਾਂ ਦਾ ਆਨੰਦ ਕਾਰਜ ਜਿਹੜਾ ਉਹ ਕੀਤਾ ਜਾਂਦਾ ਹੈ। ਸੋ ਇਹ ਸਾਰੀਆਂ ਗੱਲਾਂ ਮੈਂ ਤਾਂ ਕਰ ਰਿਹਾ ਕਿ ਪਰਿਵਾਰ ਇੱਕ ਟ੍ਰੇਨਿੰਗ ਸੈਂਟਰ ਹੈ। ਤੋ ਇੱਥੇ ਜਿਹੋ ਜਿਹੀ ਟ੍ਰੇਨਿੰਗ ਆਪਾਂ ਦੇਵਾਂਗੇ ਉਹੋ ਜਿਹਾ ਸਾਡਾ ਭਵਿੱਖਤ ਪਰਿਵਾਰ ਬਣੇਗਾ।
ਜਿਹੋ ਜਿਹਾ ਸਾਡਾ ਭਵਿੱਖ ਪਰਿਵਾਰ ਹੈ, ਸਮਝੋ ਵੀ ਉਹੋ ਜਿਹਾ ਅਸੀਂ ਸੰਸਾਰ ਦੀ ਬਿਹਤਰੀ ਲਈ ਇੱਕ ਹਿੱਸਾ ਪਾ ਸਕਾਂਗੇ। ਤੋ ਬੱਚਿਆਂ ਦੇ ਪਾਲਣ ਪੋਸ਼ਣ ਲਈ ਸਭ ਤੋਂ ਵਧੀਆ ਨਰਸਰੀ ਜਿਹੜੀ ਹੈ, ਉਹ ਇਹ ਪਰਿਵਾਰ ਇੱਕ ਨਰਸਰੀ ਹੁੰਦੇ ਨੇ। ਔਰ ਇਹਨਾਂ ਵਿੱਚ ਜਿਹੜਾ ਰੋਲ ਮਾਡਲ ਹੈ, ਜਿਵੇਂ ਪਹਿਲੇ ਬੇਨਤੀ ਕਰ ਰਿਹਾ, ਉਹ ਮਾਤਾ ਪਿਤਾ ਜਿਹੜੇ ਨੇ ਉਹ ਰੋਲ ਮਾਡਲ। ਦੇਖੋ ਜਿਵੇਂ ਪਹਿਲੇ ਤੁਹਾਨੂੰ ਦੱਸ ਹਟਿਆ ਕਿ ਜਿਹੜੇ ਮਾਤਾ ਪਿਤਾ ਜਿਹੜੇ ਨੇ ਉਹ ਖੁਦ ਅਗਰ ਨਸ਼ੇ ਦਾ ਸੇਵਨ ਕਰਦੇ ਨੇ। ਮੈਂ ਇੱਥੇ ਇੱਕ ਹੋਰ ਗੱਲ ਕਰਦੇ ਹਾਂ, ਜਿਸ ਵੇਲੇ ਅਸੀਂ ਇਸ ਨਸ਼ਿਆਂ ਬਾਰੇ ਸਰਵੇ ਕਰ ਰਹੇ ਸਾਂ, ਅਸੀਂ ਜਿਸ ਵੇਲੇ ਸਾਨੂੰ ਇਹ ਪਤਾ ਲੱਗਿਆ ਕਿ ਇਹਦਾ ਮਤਲਬ ਇਹ ਹੈ ਕਿ ਇਹ ਬੱਚਿਆਂ ਨੂੰ ਅਸੀਂ ਹੱਥ ਪਾਉਣ ਦੀ ਥਾਂ ਤੇ ਇਹਨਾਂ ਦੇ ਪੇਰੈਂਟਸ ਨੂੰ ਹੱਥ ਪਾਈਏ, ਤਾਂ ਜੇ ਘਰਾਂ ਦਾ ਮਾਹੌਲ ਠੀਕ ਹੋਵੇ। ਅਸੀਂ ਫਿਰ ਕੁਝ ਪੇਰੈਂਟਸ ਨੂੰ ਮਿਲੇ ਤੇ ਤੁਸੀਂ ਹੈਰਾਨ ਹੋਵੋਗੇ ਸੁਣ ਕੇ, ਅਸੀਂ ਜਿੰਨੇ ਵੀ ਪੇਰੈਂਟਸ ਨੂੰ ਮਿਲੇ ਆ, ਉਹ ਸਾਰਿਆਂ ਨੂੰ ਅਸੀਂ ਪੁੱਛਿਆ ਜੀ ਤੁਸੀਂ ਕੀ ਚਾਹੁੰਦੇ ਹੋ, ਤੁਹਾਡਾ ਬੱਚਾ ਕਿਹੋ ਜਿਹਾ ਹੋਵੇ, ਕਿਉਂਕਿ ਅੱਜ ਕੱਲ੍ਹ ਨਸ਼ਿਆਂ ਦਾ ਬੜਾ ਪ੍ਰਕੋਪ ਹੈ। ਕਹਿੰਦੇ ਜੀ ਅਸੀਂ ਤੇ ਰੱਬ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਸਾਡਾ ਬੱਚਾ ਜਿਹੜਾ ਨਸ਼ੇਈ ਨਾ ਬਣੇ। ਮੈਂ ਉਹਨਾਂ ਨੂੰ ਫਿਰ ਬੇਨਤੀ ਕੀਤੀ ਇੱਕ ਸੱਜਣ ਨੂੰ, ਮੈਂ ਕਿਹਾ ਵੀ ਤੁਸੀਂ ਫਿਰ ਆਪ ਛੱਡ ਦਿਓ। ਕਹਿੰਦੇ ਚਲੋ ਜੀ ਕੋਸ਼ਿਸ਼ ਕਰਾਂਗੇ। ਮੇਰਾ ਮਤਲਬ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਜੋ ਮਰਜ਼ੀ ਕਰੀਏ, ਪਰ ਸਾਡੇ ਬੱਚੇ ਜਿਹੜੇ ਨੇ ਉਹ ਕਰਨ ਜੋ ਅਸੀਂ ਕਹਿੰਦੇ। ਇਹ ਕਿਵੇਂ ਹੋ ਸਕਦਾ? ਇਹ ਨਹੀਂ ਹੋ ਸਕਦਾ। ਇਸ ਕਰਕੇ ਸਾਨੂੰ ਕਰਨਾ ਪੈਣਾ। ਮੈਂ ਇੱਕ ਗੱਲ ਹੋਰ ਸ਼ਾਇਦ ਪਹਿਲੇ ਸੁਣਾਈ ਸੀ ਕਿਸੇ ਵੇਲੇ, ਮੈਂ ਦੁਬਾਰਾ ਸੁਣਾਉਣੀ ਚਾਹੁੰਦਾ। ਇਸੇ ਦੌਰਾਨ ਸਾਨੂੰ ਇੱਕ ਸੱਜਣ ਮਿਲੇ, ਉਹ ਕਹਿਣ ਲੱਗੇ ਜੀ ਵੀ ਮੈਂ ਪਹਿਲੇ ਤੇ ਸੇਵਨ ਕਰ ਲੈਂਦਾ ਸਾਂ ਨਸ਼ਿਆਂ ਦਾ, ਹੁਣ ਮੈਂ ਛੱਡ ਦਿੱਤਾ ਤੇ ਮੇਰੇ ਨਾਲ ਇੱਕ ਬੜੀ ਜ਼ਬਰਦਸਤ ਘਟਨਾ ਵਾਪਰੀ। ਅਸੀਂ ਪੁੱਛਿਆ ਵੀ ਕੀ ਘਟਨਾ ਵਾਪਰੀ? ਉਹ ਕਹਿੰਦਾ ਵੀ ਮੈਂ ਕਿਉਂਕਿ ਆਦੀ ਸਾਂ ਤੇ ਜਦ ਵੀ ਮੇਰੇ ਕਿਸੇ ਮਿੱਤਰ ਨੇ ਆਉਣਾ ਤੇ ਮੈਂ ਕਹਿੰਦਾ ਵੀ ਮੇਰਾ ਅੱਜ ਤੇ ਬੜਾ ਮੇਰਾ ਜਿਗਰੀ ਯਾਰ ਆਇਆ, ਅੱਜ ਕੱਢੋ ਬੋਤਲ ਕੱਢੋ, ਅੱਜ ਪੀਏ। ਕਹਿੰਦਾ ਕੱਢਣੀ ਪੀਣੀ ਚੱਲ, ਮਤਲਬ ਚਲੇ ਜਾਣਾ, ਗੱਲ ਚੱਲਦੀ ਰਹੀ। ਕਹਿੰਦਾ ਮੇਰਾ ਬੱਚਾ ਜਿਹੜਾ 5-6 ਸਾਲ ਦਾ ਸੀਗਾ, ਇੱਕ ਦਿਨ ਉਹਦਾ ਇੱਕ ਫਰੈਂਡ ਆਇਆ ਮੇਰੇ ਨੂੰ, ਦੋਸਤ ਆਇਆ ਮੇਰੇ ਨੂੰ, ਤੇ ਕਹਿੰਦਾ ਉਹਨੇ ਕੀ ਕੀਤਾ ਬਈ ਉਹਨੇ ਫਟਾਫਟ ਜਾ ਕੇ ਫ੍ਰਿਜ ਵਿੱਚੋਂ ਤੇ ਬੋਤਲ ਕੱਢ ਕੇ ਲਿਆਇਆ। ਕਹਿੰਦਾ ਮੇਰੀ ਵਾਈਫ ਦੌੜੀ ਗਈ ਹੈ, ਕੀ ਕਰਨ ਲੱਗੇ? ਉਹ ਕਹਿੰਦਾ ਨਹੀਂ ਮਾਈ ਫਰੈਂਡ ਇਸ ਕੰਮ। ਕਹਿੰਦਾ ਮੇਰਾ ਫਰੈਂਡ ਆਇਆ, ਹੀ ਇਜ਼ ਮਾਈ ਬੈਸਟ ਫਰੈਂਡ, ਤੇ ਮੈਂ ਇਹਨੂੰ ਐਂਟਰਟੇਨ ਕਰਨਾ। ਉਹ ਕਹਿੰਦੀ ਇਹ ਬੱਚੇ ਬਈ ਇਹਦੇ ਨਾਲ ਥੋੜੇ ਕਹਿੰਦੇ ਜਿਸ ਵੇਲੇ ਮੇਰੇ ਡੈਡ ਦਾ ਫਰੈਂਡ ਆਉਂਦਾ, ਮਾਈ ਡੈਡ ਸੇਜ਼ ਕਿ ਮੇਰਾ ਬੈਸਟ ਫਰੈਂਡ ਆਇਆ, ਆਪਾਂ ਹੁਣ ਬਹਿ ਕੇ ਪੀਆਂ। ਉਹਨੇ ਫਿਰ ਆਪਣੇ ਹਸਬੈਂਡ ਨੂੰ ਗੱਲ ਦੱਸੀ। ਉਹ ਕਹਿੰਦਾ ਮੈਂ ਮੱਥੇ ਤੇ ਹੱਥ ਮਾਰਿਆ ਤੇ ਮੈਂ ਉਸੇ ਵੇਲੇ ਉਹ ਕਹਿੰਦਾ ਜੱਬੇ ਬਣ ਲੱਗੇ ਤਬੇ ਰੁੱਸ ਜਾ ਕੇ, ਮੈਂ ਕਹਿੰਦਾ ਉਸ ਵੇਲੇ ਜਾ ਕੇ ਸਾਰੀਆਂ ਭੰਨ ਕੇ ਆਇਆ। ਕਹਿੰਦਾ ਉਦੋਂ ਬਾਅਦ ਮੈਂ ਤੋਬਾ ਕੀਤੀ। ਮੈਂ ਕਹਿੰਦਾ ਸ਼ੁਕਰ ਹੈ ਵਾਹਿਗੁਰੂ ਜੀ ਦਾ ਕਿ ਅਕਲ ਆ ਗਈ, ਨਹੀਂ ਤੇ ਆਮ ਤੌਰ ਤੇ ਇਸ ਪਾਸੇ ਪੈ ਜਾਣ ਤੇ ਲੋਕੀ ਛੱਡਦੇ ਨਹੀਂ, ਬਹਾਨੇ ਲੱਭਦੇ। ਸੋ ਮੈਂ ਬੇਨਤੀ ਕਰ ਰਿਹਾ ਸਾਂ ਕਿ ਮਾਤਾ ਪਿਤਾ ਇੱਕ ਵਧੀਆ ਰੋਲ ਮਾਡਲ ਜਿਹੜੇ ਨੇ ਉਹ ਬਣ ਸਕਦੇ ਨੇ। ਇਸ ਤਰ੍ਹਾਂ ਜੇ ਪਿਤਾ ਨਸ਼ਿਆਂ ਦਾ ਖਿਆਲ ਰੱਖੇ ਕਿ ਆਪਾਂ ਜੇ ਪਿਤਾ ਨਸ਼ੇ ਰਹਿਤ ਹੋਏਗਾ ਤੇ ਬੱਚਾ ਜ਼ਰੂਰ ਨਸ਼ਾ ਰਹਿਤ ਹੋਣ ਦੇ ਚਾਂਸਸ ਨੇ, ਵਿਗੜਨ ਦੇ ਚਾਂਸ ਵੀ ਹੋ ਸਕਦੇ ਨੇ ਫਿਰ ਵੀ, ਪਰ ਅਸੀਂ ਆਪਣੀ ਡਿਊਟੀ ਪੂਰੀ ਕਰੀਏ, ਫਿਰ ਵੀ ਜੋ ਹੁੰਦਾ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਹੱਥ ਵਿੱਚ। ਤੋ ਇਸੇ ਤਰ੍ਹਾਂ ਜੇਕਰ ਇੱਕ ਮਾਤਾ ਨੇ ਤਰ੍ਹਾਂ ਤਰ੍ਹਾਂ ਦੀਆਂ ਕਲੱਬਾਂ ਵਿੱਚ ਜਾਣਾ ਹੈ, ਮਾਤਾ ਪਿਤਾ ਔਰ ਬੱਚਿਆਂ ਵੱਲ ਧਿਆਨ ਨਹੀਂ ਦੇਣਾ, ਆਪਣੇ ਸ਼ੌਕੀਨੀ ਔਰ ਫੈਸ਼ਨ ਪ੍ਰਤੀ ਤੁਰੇ ਰਹਿਣਾ, ਤਾਂ ਉਹ ਕੀ ਕਰ ਸਕਦੇ, ਉਹ ਕੀ ਸੋਚ ਸਕਦੇ ਨੇ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਕੀ ਪ੍ਰਭਾਵ ਲੈਣ। ਤੋ ਇਸ ਕਰਕੇ ਮਾਤਾ ਪਿਤਾ ਨੂੰ ਇੱਕ ਵਧੀਆ ਰੋਲ ਮਾਡਲ ਬਣਨਾ ਚਾਹੀਦਾ। ਇਹ ਕਿਉਂਕਿ ਸਾਡਾ ਦੇਖੋ ਜੈਸਾ ਟੀਚਰ ਹੋਵੇ ਨਾ, ਉਹੋ ਜਿਹਾ ਅੱਗੋਂ ਦਾ ਸਟੂਡੈਂਟ ਬਣਦਾ ਹੈ। ਤੇ ਘਰ ਦੇ ਵਿੱਚ ਅਸੀਂ ਆਪਣੇ ਬੱਚਿਆਂ ਲਈ ਇਹ ਸਮਾਜਿਕ ਜੀਵਨ ਦੇ ਟੀਚਰ ਹਾਂ। ਇਸ ਕਰਕੇ ਜਿਹੋ ਜਿਹੀ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ, ਜਿਹੋ ਜਿਹਾ ਸਾਡਾ ਕਿਰਦਾਰ ਹੋਏਗਾ, ਜਿਹੋ ਜਿਹੀ ਸਾਡੀ ਟ੍ਰੇਨਿੰਗ ਹੈਗੀ, ਉਹੋ ਜਿਹਾ ਜਿਹੜਾ ਉਹ ਬੱਚੇ ਜਿਹੜੇ ਨੇ ਉਹ ਵੀ ਬਣਨਗੇ। ਤੋ ਸਾਥ ਮੈਂ ਬੇਨਤੀ ਕਰ ਰਿਹਾ ਸਾਂ ਕਿ ਪਰਿਵਾਰ ਇੱਕ ਟ੍ਰੇਨਿੰਗ ਸਕੂਲ ਹੈ, ਪਰ ਇਹਦੇ 'ਚ ਇੱਕ ਹੋਰ ਵੀ ਚੈਲੰਜ ਜਿਹੜਾ ਹੈ ਉਹ ਆ ਸਕਦਾ ਹੈ। ਇਸ ਤਰ੍ਹਾਂ ਹੈਗਾ ਕਿ ਆਮ ਤੌਰ ਤੇ ਅਸੀਂ ਜੋ ਕੁਝ ਹੈ, ਮੈਂ ਜਿਵੇਂ ਬੇਨਤੀ ਕਰ ਰਿਹਾ, ਪੂਰਾ ਜ਼ੋਰ ਦੇ ਰਿਹਾ ਕਿ ਪਰਿਵਾਰਾਂ ਦਾ ਮਾਹੌਲ ਹੀ ਆਉਣ ਵਾਲੇ ਪਰਿਵਾਰ ਸਿਰਜਦਾ। ਪਰ ਸਾਥ ਸੰਗਤ ਕਈ ਵਾਰੀ ਕੀ ਹੁੰਦਾ ਹੈ ਕਿ ਕੋਈ ਗੱਲਾਂ ਸਾਡੇ ਗੱਲ ਪੈ ਜਾਂਦੀਆਂ ਨੇ। ਹੁਣ ਅੱਜ ਇੱਕ ਹੋਰ ਵੱਡਾ ਚੈਲੰਜ ਇਹ ਹੈ ਕਿ ਠੀਕ ਹੈ ਘਰ ਦਾ ਮਾਹੌਲ ਠੀਕ ਹੈਗਾ, ਪਰ ਜਿੱਥੇ ਘਰ ਦਾ ਮਾਹੌਲ ਹੈ ਉੱਥੇ ਆਲੇ ਦੁਆਲੇ ਦਾ ਮਾਹੌਲ ਜਿਹੜਾ ਹੈ ਉਹ ਵੀ ਪਰਿਵਾਰਾਂ ਦੀ ਸਿਰਜਣਾ ਵਿੱਚ ਬੜਾ ਵੱਡਾ ਹੱਥ ਰੱਖਦਾ। ਹੁਣ ਜੇਕਰ ਸਾਡਾ ਆਲਾ ਦੁਆਲਾ ਠੀਕ ਨਹੀਂ ਹੈ ਤਾਂ ਬੱਚੇ ਜਿਸ ਵੇਲੇ ਜਵਾਨ ਹੁੰਦੇ ਨੇ, ਜ਼ਰੂਰੀ ਗੱਲ ਹੈ ਉਹ
ਆਲੇ ਦੁਆਲੇ ਦੀ ਜਿਹੜੀ ਉਹਨਾਂ ਦੀ ਹੈ ਸੰਗਤ ਹੈ, ਉਹਦਾ ਉਹਨਾਂ ਤੇ ਅਸਰ ਪੈਂਦਾ। ਤੋ ਜਿੱਥੇ ਘਰ ਦੀ ਸੰਗਤ ਹੈ, ਉੱਥੇ ਉਹਨਾਂ ਦੀ ਜਿਹੜੀ ਬਾਹਰ ਦੀ ਸੰਗਤ ਹੈ, ਉਹਦੇ ਵੱਲ ਧਿਆਨ ਰੱਖਣ ਦੀ ਲੋੜ ਹੈ। ਜਿਸ ਵੇਲੇ ਬੱਚਾ ਜਵਾਨ ਹੋ ਰਿਹਾ, ਮਾਤਾ ਪਿਤਾ ਦਾ ਫਰਜ਼ ਬਣਦਾ ਹੈ ਕਿ ਉਹ ਇਸ ਗੱਲ ਦਾ ਖਿਆਲ ਰੱਖੇ ਕਿ ਮੇਰੇ ਬੱਚੇ ਦੇ ਸਾਥੀ ਕਿਹੋ ਜਿਹੇ ਨੇ, ਉਹਨਾਂ ਦੇ ਕੰਮਕਾਰ ਕਿਹੋ ਜਿਹੇ ਨੇ, ਉਹ ਕੀ ਕਰਦੇ ਨੇ, ਜਾਂ ਉਹਨਾਂ ਦੇ ਮਾਤਾ ਪਿਤਾ ਕੀ ਕਰਦੇ ਨੇ। ਇਹ ਸਾਡਾ ਖਿਆਲ ਰੱਖਣਾ ਫਰਜ਼ ਬਣਦਾ। ਮਾਤਾ ਪਿਤਾ ਬਹੁਤੇ ਖਿਆਲ ਰੱਖਦੇ ਵੀ ਨੇ, ਮੈਂ ਇਹ ਨਹੀਂ ਕਹਿੰਦਾ ਨਹੀਂ ਰੱਖਦੇ, ਪਰ ਫਿਰ ਵੀ ਕਈ ਗੱਲਾਂ ਜਿਹੜੀਆਂ ਨੇ ਕਈ ਵਾਰੀ ਉਹ ਸਾਡੀ ਪਕੜ ਤੋਂ ਬਾਹਰ ਹੋ ਜਾਂਦੀਆਂ ਨੇ, ਜ਼ੋਰ ਲਾਉਣ ਦੇ ਬਾਵਜੂਦ ਵੀ ਬਾਹਰ ਹੋ ਜਾਂਦੀਆਂ ਨੇ। ਉਹਦੇ 'ਚ ਕਈ ਵਾਰੀ ਸਾਡੀ ਮਜਬੂਰੀ ਆ ਜਾਂਦੀ। ਇੱਕ ਹੋਰ ਕਾਰਨ ਇਹ ਹੈ ਕਿ ਜਿਹੜੀ ਪਦਾਰਥਵਾਦੀ ਦੌੜ ਹੈ ਨਾ, ਜਿਹੜੀ ਅੱਜ ਦੀ ਪਦਾਰਥਵਾਦੀ ਦੌੜ ਹੈ, ਇਹਦੇ ਵਿੱਚ ਅਸੀਂ ਬੱਚਿਆਂ ਲਈ ਪੂਰਾ ਸਮਾਂ ਨਹੀਂ ਕੱਢਦੇ। ਅਸੀਂ ਇੱਥੇ ਸਰਵੇ ਵਿੱਚ ਬਹੁਤ ਸਾਰੇ ਮਾਤਾ ਪਿਤਾ ਨੂੰ ਦੇਖਿਆ ਕਿ ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਦੇ ਨਾਲ ਰੋਜ਼ਾਨਾ ਕੁਝ ਸਮਾਂ ਕੱਢ ਕੇ ਉਹਨਾਂ ਨਾਲ ਗੱਲਬਾਤ ਕਰਦੇ ਨੇ, ਮੈਂ ਤੇ ਬੇਨਤੀ ਕਰਦਾ ਹੁਣਾ ਕਿ ਇਹ ਜ਼ਰੂਰੀ ਹੈ ਹਰ ਮਾਤਾ ਪਿਤਾ ਲਈ। ਜਿੱਥੇ ਅਸੀਂ ਘਰ ਦਾ ਸਾਫ਼ ਸਫਾਈ ਦਾ ਖਿਆਲ ਰੱਖਦੇ ਹਾਂ, ਖਾਣ ਪੀਣ ਦਾ ਖਿਆਲ ਕਰਦੇ ਹਾਂ, ਰੋਟੀ ਕਮਾਉਣ ਦਾ ਖਿਆਲ ਰੱਖਦੇ ਹਾਂ, ਉੱਥੇ ਸਾਨੂੰ ਇਹ ਵੀ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ ਕਿ ਇਹ ਜਿਹੜੇ ਸਾਡੇ ਬੱਚੇ ਨੇ, ਖਾਸ ਕਰਕੇ ਜਿਹੜੇ ਛੋਟੇ ਬੱਚੇ ਨੇ, ਇਹ ਜਿਹੜੇ ਸਾਡੇ ਬੱਚੇ ਨੇ, ਇਹਨਾਂ ਲਈ ਅਸੀਂ ਕੁਝ ਸਮਾਂ ਐਕਸਕਲੂਸਿਵ ਕੱਢੀਏ। ਮੈਂ ਤੇ ਬੇਨਤੀ ਕਰਦਾ ਨਾ, ਦਿਨ ਵਿੱਚ ਭਾਵੇਂ ਅੱਧਾ ਘੰਟਾ ਕਰ ਲਓ, ਪੌਣਾ ਘੰਟਾ ਕਰ ਲਓ, ਉਸ ਵੇਲੇ ਕੁਛ ਨਹੀਂ ਕਰਨਾ, ਨਾ ਰੋਟੀ ਪਕਾਣੀ, ਨਾ ਖਾਣੀ ਹੈ, ਨਾ ਹੋਰ ਕੋਈ ਕੰਮ ਕਰਨਾ, ਨਾ ਫੋਨ ਸੁਣਨਾ। ਆਪਣੇ ਬੱਚਿਆਂ ਵਿੱਚ ਬੈਠ ਕੇ ਉਹਨਾਂ ਨਾਲ ਦੋਸਤਾਨਾ ਭਾਵ ਦੇ ਵਿੱਚ ਗੱਲਾਂ ਬਾਤਾਂ ਕਰੋ, ਉਹਨਾਂ ਦੇ ਮਨ ਦੀ ਗੱਲ ਸੁਣੋ, ਆਪਣੀ ਗੱਲ ਕਰੋ। ਉਹ ਇੱਕ ਬੜਾ ਵਧੀਆ ਪਲੇਟਫਾਰਮ ਬਣੇਗਾ ਬੱਚਿਆਂ ਨੂੰ ਇੱਕ ਚੰਗਾ ਪਰਿਵਾਰ ਸਿਰਜਣ ਲਈ। ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਇੰਜ ਇਕੱਠੇ ਕਰਕੇ ਬੈਠਦੇ ਨੇ, ਇਹਦੇ 'ਚ ਨਾ ਇੱਕ ਹੋਰ ਵੀ ਆਪਾਂ ਵਰਤ ਸਕਦੇ ਹਾਂ ਤਰੀਕਾ ਕਿ ਸ਼ਾਮ ਨੂੰ ਜਿਸ ਵੇਲੇ ਆਪਾਂ ਰਹਿਰਾਸ ਕਰਦੇ ਹਾਂ, ਜੇਕਰ ਕੋਸ਼ਿਸ਼ ਕਰੀਏ ਕਿ ਜਿਤਨੇ ਜੀ ਘਰ ਵਿੱਚ ਪ੍ਰੈਜ਼ੈਂਟ ਨੇ ਉਹ ਸਾਰੇ ਇਕੱਠੇ ਹੋ ਕੇ ਰਹਿਰਾਸ ਕਰਨ, ਔਰ ਰਹਿਰਾਸ ਕਰਨ ਤੋਂ ਬਾਅਦ ਆਪਸ ਵਿੱਚ 10-15 ਮਿੰਟ ਗੱਲਬਾਤ ਕਰਨ। ਇਹ ਬੜਾ ਵਧੀਆ ਇੱਕ ਢੰਗ ਹੈ ਜਿਹਦੇ ਨਾਲ ਪਰਿਵਾਰ ਇਕਜੁੱਟ ਵੀ ਰਹਿੰਦਾ। ਔਰ ਦੂਜਾ ਕੀ ਹੁੰਦਾ ਹੈ ਕਿ ਕਈ ਵਾਰੀ ਦਿਨ 'ਚ ਆਪਾਂ ਘਰ 'ਚ ਵਿਚਰਦੇ ਹਾਂ, ਕਈ ਵਾਰੀ ਗੱਲਾਂ ਕਿਸੇ ਦੀ ਕੋਈ ਚੰਗੀ ਲੱਗ ਗਈ, ਮਾੜੀ ਲੱਗ ਗਈ। ਜਿਸ ਵੇਲੇ ਇਕੱਠੇ ਬੈਠ ਕੇ ਰਹਿਰਾਸ ਕਰਾਂਗੇ ਨਾ, ਇਕੱਠੇ ਬੈਠ ਕੇ ਗੱਲਬਾਤ ਕਰਾਂਗੇ, ਉਹ ਜਿਹੜੀ ਮਨ ਵਿੱਚ ਕੁੜੱਤਣ ਦੀ ਮਿੱਟੀ ਹੈ ਉਹ ਹਟ ਜਾਏਗੀ। ਇੱਕ ਸੱਜਣ ਨੇ ਬੜਾ ਵਧੀਆ ਲਿਖਿਆ, ਮੈਂ ਕਾਫੀ ਦੇਰ ਪਹਿਲੇ ਪੜ੍ਹਿਆ ਸੀ, ਕਹਿੰਦੇ ਦ ਫੈਮਿਲੀ ਹੂ ਪ੍ਰੇਜ਼ ਟੂਗੈਦਰ ਸਟੇ ਟੂਗੈਦਰ। ਕਹਿੰਦੇ ਜਿਹੜੇ ਇਕੱਠੇ ਨਿਤਨੇਮ ਕਰਦੇ ਨੇ ਬੈਠ ਕੇ, ਉਹਨਾਂ ਪਰਿਵਾਰਾਂ ਦੇ ਵਿੱਚ ਪਰਿਵਾਰਕ ਸਾਂਝ ਜ਼ਿਆਦਾ ਬਣਦੀ। ਔਰ ਗੱਲ ਕਾਫੀ ਠੀਕ ਲੱਗਦੀ ਹੈ ਕਿ ਜੇਕਰ ਆਪਾਂ ਇਹੋ ਜਿਹੀ ਕੋਸ਼ਿਸ਼ ਕਰੀਏ। ਪਰ ਪਦਾਰਥਵਾਦੀ ਦੌੜ ਕਰਕੇ ਕੀ ਹੁੰਦਾ ਹੈ ਕਿ ਸਾਡਾ ਜ਼ਿਆਦਾ ਜ਼ੋਰ ਜਿਹੜਾ ਇਸ ਗੱਲ ਤੇ ਹੈ ਕਿ ਮੈਂ ਪੈਸੇ ਕਮਾਵਾਂ। ਦੇਖੋ, ਪੈਸੇ ਕਮਾਣੇ ਕੋਈ ਮਾੜੀ ਗੱਲ ਨਹੀਂ ਹੈ, ਕਿਉਂਕਿ ਪੈਸੇ ਬਗੈਰ ਤਾਂ ਗੁਜ਼ਾਰਾ ਨਹੀਂ ਹੈ, ਦੌਲਤ ਗੁਜ਼ਰਾਨ ਹੈ। ਪਰ ਦੌਲਤ ਨੂੰ ਗੁਜ਼ਰਾਨ ਤੱਕ ਰੱਖੀ। ਜਿਹੜਾ ਮੈਂ ਸਰਵੇ ਦੀ ਬਾਰ-ਬਾਰ ਗੱਲ ਕਰ ਰਿਹਾ, ਮੈਨੂੰ ਖਿਮਾ ਕਰਨਾ, ਉਹਦੇ ਵਿੱਚ ਇਹੋ ਜਿਹੀਆਂ ਗੱਲਾਂ ਉੱਕੜ ਕੇ ਆਈਆਂ ਪਰਿਵਾਰਾਂ ਬਾਰੇ ਕਿ ਬਹੁਤ ਸਾਰੇ ਪਰਿਵਾਰ ਜਿਨ੍ਹਾਂ ਦੇ ਬੱਚੇ ਗੁਸਤਾਖ ਹੋ ਗਏ, ਆਖੇ ਨਹੀਂ ਲੱਗਦੇ, ਹੁਣ ਮਾਤਾ ਪਿਤਾ ਕਲਪਦੇ ਨੇ। ਜਿਸ ਵੇਲੇ ਅਸੀਂ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਕਿਹਾ, ਦੇਖੋ ਜੀ ਗੱਲ ਇਹ ਹੈ ਵੀ ਅਸੀਂ ਇਹਨਾਂ ਲਈ ਇੰਨਾ ਕੁਝ ਕੀਤਾ, ਮੈਂ ਤਾਂ 12-12 ਘੰਟੇ ਕੰਮ ਕੀਤਾ, ਅਸੀਂ ਦੋਨੋਂ ਜਣੇ ਕੰਮ ਕਰਦੇ ਰਹੇ ਸੀਗੇ। ਮੈਂ ਕਿਹਾ ਇੱਥੇ ਆ ਕੇ ਤੁਹਾਡੀ ਗਲਤੀ ਹੈ ਕਿ ਆਪਾਂ ਡਾਲਰ ਤੇ ਬਹੁਤ ਕਮਾ ਲਏ, ਡਾਲਰ ਤੇ ਬੜੇ ਕਮਾ ਲਏ ਨੇ, ਪਰੰਤੂ ਜਿਹੜਾ ਅਸਲ ਐਸਟ ਹੈ ਸਾਡੇ ਬੱਚੇ ਨੇ, ਉਹ ਅਸੀਂ ਗਵਾ ਲਿਆ। ਕਿਉਂਕਿ ਡਾਲਰ ਕਮਾਉਣ ਦੇ ਪਿੱਛੇ ਘਰ ਵੱਲ ਧਿਆਨ ਹੀ ਨਹੀਂ ਦਿੱਤਾ ਕਿ ਬੱਚੇ ਕੀ ਕਰਦੇ ਨੇ ਕੀ ਨਹੀਂ ਕਰਦੇ। ਟਾਈਮ ਹੀ ਹਨੇ 12-12 14-14 ਘੰਟੇ ਕੰਮ ਕਰਕੇ। ਔਰ ਇਹ ਗੱਲ ਕੋਈ ਪੁਰਾਣੀ ਨਹੀਂ ਹੈ, ਅੱਜ ਵੀ ਇਹ ਸਾਧ ਸੰਗਤ, ਖਾਸ ਕਰਕੇ ਸਾਡੀਆਂ ਜਿਹੜੀਆਂ ਏਸ਼ੀਅਨ ਕਮਿਊਨਿਟੀਜ਼ ਨੇ, ਮੈਂ ਇੱਥੇ ਦੀ ਗੱਲ ਕਰ ਰਿਹਾ ਕੈਨੇਡਾ ਦੀ, ਏਸ਼ੀਅਨ ਕਮਿਊਨਿਟੀਜ਼ ਜਿਹੜੀਆਂ ਨੇ ਉਹਨਾਂ 'ਚੋਂ ਬਹੁਤ ਗਿਣਤੀ ਇੱਕੋ ਹੀ ਉਹਨਾਂ ਦਾ ਟਾਰਗੇਟ ਹੈ ਕਿ ਅਸੀਂ ਵੱਧ ਤੋਂ ਵੱਧ ਡਾਲਰ ਜਿਹੜੇ ਨੇ ਇਕੱਠੇ ਕਰ ਲਈਏ, ਛੋਟਾ ਘਰ ਤੇ ਵੱਡਾ ਬਣਾ ਲਈਏ, ਵੱਡੇ ਤੇ ਹੋਰ ਵੱਡਾ ਬੈਂਗਲੋ ਬਣਾ ਲਈਏ। ਠੀਕ ਹੈ, ਚੰਗੀ ਗੱਲ ਹੈ, ਕਰੋ, ਪਰ ਐਟ ਦੀ ਸੇਮ ਟਾਈਮ ਇਹ ਤੇ ਦੇਖੋ ਕਿ ਜਿਹੜੀ ਸਾਡੀ ਅਸਲ ਜਾਇਦਾਦ ਬੱਚੇ ਨੇ, ਉਹਨਾਂ ਵੱਲ ਅਸੀਂ ਕੀ ਧਿਆਨ ਦੇ ਰਹੇ ਹਾਂ ਕਿ ਨਹੀਂ ਦੇ ਰਹੇ। ਸੋ ਪਦਾਰਥਵਾਦੀ ਦੌੜ ਜਿਹੜੀ ਹੈ, ਇਹਨੇ ਵੀ ਸਾਡੇ ਪਰਿਵਾਰਾਂ ਦੇ ਵਿੱਚ ਇੱਕ ਬੜਾ ਵੱਡਾ ਇੱਕ ਘਾਟਾ ਪਾਇਆ ਕਿ ਅਸੀਂ ਬੱਚਿਆਂ ਤੋਂ ਦੂਰ ਹੋ ਗਏ ਹਾਂ, ਅਸੀਂ ਪਦਾਰਥਾਂ ਦੇ ਨੇੜੇ ਹਾਂ, ਅਸੀਂ ਪਰਿਵਾਰਾਂ ਤੋਂ ਦੂਰ ਹੁੰਦੇ ਜਾ ਰਹੇ। ਇੱਕ ਜਿਹੜੀ ਤੀਜੀ ਗੱਲ ਹੈ, ਵਪਾਰੀਕਰਨ। ਹਰ ਗੱਲ ਜਿਹੜੀ ਹੈ ਨਾ, ਹਰ ਗੱਲ ਜਿਹੜੀ ਕਮਰਸ਼ਲਾਈਜ਼ ਹੋ ਗਈ। ਮੈਨੂੰ ਖਿਮਾ ਕਰਨਾ, ਬਾਕੀ ਛੱਡੋ, ਈਵਨ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ, ਉੱਥੇ ਵੀ ਗੱਲ ਇਹੀ ਹੁੰਦੀ ਹੈ ਕਿ ਸਾਡੀਆਂ ਗੋਲਕਾਂ ਵੱਧ ਤੋਂ ਵੱਧ ਹੋਣ, ਅਸੀਂ ਵੱਧ ਤੋਂ ਵੱਧ ਵਿਖਾਵੇ ਵਾਲੇ ਪ੍ਰੋਗਰਾਮ ਕਰੀਏ। ਜੀਵਨ ਬਣਾਉਣ ਦੀ ਗੱਲ ਜਿਹੜੀ ਬੜੀ ਘੱਟ ਚੱਲ ਰਹੀ ਹੈ। ਉਹਦਾ ਅਸਰ ਜਿਹੜਾ ਇਹ ਹੋਇਆ ਕਿ ਜਿਨ੍ਹਾਂ ਘਰਾਂ ਵਿੱਚ ਮਾਹੌਲ ਠੀਕ ਵੀ ਹੈ, ਉਹਨਾਂ ਦੇ ਵੀ ਬੱਚੇ ਜਿਹੜੇ ਨੇ ਕੋਈ ਬਾਹਰੀ ਪ੍ਰਭਾਵ ਕਰਕੇ ਕਈ ਵਾਰੀ ਦੂਸਰੇ ਪਾਸੇ ਤੁਰ ਜਾਂਦੇ।
ਮੈਨੂੰ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦੀ ਇੱਕ ਗੱਲ ਯਾਦ ਆਈ, ਉਹਨਾਂ ਸੁਣਾਈ ਸੀ। ਉਹ ਕਹਿੰਦੇ ਵੀ ਭਗਤ ਪੂਰਨ ਸਿੰਘ ਜੀ ਨੂੰ ਇੱਕ ਸੱਜਣ ਮਿਲਿਆ, ਉਹ ਬੋਰਾ ਜਿਹਾ ਲੱਗਦਾ ਸੀਗਾ, ਤੇ ਭਗਤ ਜੀ ਉਹਦੇ ਕੋਲ ਖੜੋ ਗਏ ਤੇ ਉਹਨੂੰ ਪੁੱਛਿਆ ਉਹਦਾ ਹਾਲ ਚਾਲ ਕੀ ਹੈ, ਤੇ ਕਹਿੰਦੇ ਉਹ ਜੋ ਡੋਰ ਭੌਰਾ ਹੁੰਦਾ ਨਾ ਬੰਦਾ, ਬੜਾ ਡੋਰ ਭੌਰ ਜਿਹਾ ਹੋਇਆ, ਤੇ ਉਹਦੇ ਕੋਲ ਇੱਕ ਡਾਇਰੀ ਸੀਗੀ, ਉਹਨੇ ਭਗਤ ਜੀ ਨੂੰ ਡਾਇਰੀ ਫੜਾਤੀ। ਉਸ ਡਾਇਰੀ ਦੇ ਵਿੱਚ ਕੀ ਲਿਖਿਆ ਸੀਗਾ, ਉਹਨੇ ਮਤਲਬ ਆਪਣੀਆਂ ਗੱਲਾਂ ਲਿਖੀਆਂ ਸੀਗੀਆਂ। ਉਸ ਲਿਖਿਆ ਸੀਗਾ ਕਿ ਅੱਜ ਮੇਰੇ ਬੱਚੇ ਨੇ ਮੈਨੂੰ ਪਿੱਠ ਵਿੱਚ ਲੱਤ ਮਾਰੀ ਹੈ, ਮੇਰੇ ਬੱਚੇ ਨੇ ਮੇਰੇ ਪਿੱਠ ਵਿੱਚ ਲੱਤ ਮਾਰੀ। ਉਸ ਬੰਦੇ ਨੇ ਲਿਖਿਆ, ਦੱਸਦਾ ਨਹੀਂ ਸੀ, ਡੋਰ ਭੌਰ ਸੀਗਾ, ਭਗਤ ਜੀ ਨੇ ਪੜ੍ਹਿਆ, ਬੱਚੇ ਨੇ ਮੇਰੇ ਪਿੱਠ ਵਿੱਚ ਲੱਤ ਮਾਰੀ ਹੈ। ਤੇ ਉਹ ਕਹਿੰਦਾ ਕਿ ਮੇਰੀ ਪਤਨੀ ਨੇ ਕਿਹਾ ਕਿ ਦੇਖੋ ਇਹ ਉਹੀ ਬੱਚਾ ਜਿਹਨੂੰ ਤੁਸੀਂ ਆਪਣੀ ਪਿੱਠ ਤੇ ਚੁੱਕ ਕੇ ਸਕੂਲ ਛੱਡਣ ਜਾਂਦੇ ਹੁੰਦੇ ਸੀ। ਮੈਂ ਬੇਨਤੀ ਕਰ ਰਿਹਾ ਕਿ ਕਈ ਵਾਰੀ ਇਹੋ ਜਿਹੇ ਹਾਲਾਤ ਵੀ ਪੈਦਾ ਹੋ ਜਾਂਦੇ ਨੇ। ਕਹਿੰਦਾ ਹੋਰ ਅਗਲੇ ਸਫ਼ੇ ਤੇ ਗਏ ਤੇ ਉੱਥੇ ਕਹਿੰਦਾ ਲਿਖਿਆ ਸੀ ਕਿ ਮੇਰੀ ਪਤਨੀ, ਉਹਨੇ ਆਪਣੇ ਲਿਖਿਆ, ਮੇਰੀ ਪਤਨੀ ਆਪਣੇ ਬੱਚਿਆਂ ਨੂੰ ਬੜਾ ਪਿਆਰ ਕਰਦੀ, ਬਹੁਤ ਪਿਆਰ ਕਰਦੀ ਸੀ। ਕਹਿੰਦੇ ਛੋਟੇ ਬੱਚੇ ਨੂੰ ਇੰਨਾ ਪਿਆਰ ਕਰਦੀ ਸੀ ਕਿ ਕਈ ਵਾਰੀ ਬਈ ਜੇਕਰ ਘਰ ਵਿੱਚ ਕੁਝ ਘੱਟ ਵੱਧ ਬਣਿਆ ਹੋਣਾ ਤਾਂ ਉਹਨੇ ਆਪਣੇ ਹਿੱਸੇ ਦਾ ਵੀ ਉਹਨੂੰ ਖਵਾ ਦੇਣਾ ਚੋਰੀ ਚੋਰੀ, ਬੜਾ ਪਿਆਰ ਕਰਦੀ ਸੀ। ਕਹਿੰਦਾ ਅੱਜ ਮੇਰੇ ਉਸੇ ਬੱਚੇ ਨੇ ਮੇਰੀ ਮਾਂ ਨੂੰ ਆਖਿਆ ਕਿ ਤੂੰ ਘਰੋਂ ਨਿਕਲ ਜਾ, ਅਸੀਂ ਤੁਹਾਡੀ ਰੋਟੀ ਦਾ ਪ੍ਰਬੰਧ ਨਹੀਂ ਕਰ ਸਕਦੇ, ਆਪਣਾ ਕਿਤੇ ਕੰਮ ਕਰ ਲੈ ਤੇ ਖਾ ਲੈ। ਮੈਨੂੰ ਲੱਗਦਾ ਵੀ ਇਹਨਾਂ ਗੱਲਾਂ ਕਰਕੇ ਉਹ ਬੰਦਾ ਜਿਹੜਾ ਉਹ ਡੋਰਪੁਰ ਹੋ ਗਿਆ, ਅਦਰਵਾਈਜ਼ ਉਹ ਪੜ੍ਹਿਆ ਲਿਖਿਆ ਬੰਦਾ ਸੀ। ਮੈਂ ਸਾਧ ਸੰਗਤ ਜੀ ਇਹ ਬੇਨਤੀ ਕਰ ਰਿਹਾ ਕਿ ਇਹ ਹਾਲਾਤ ਜਿਹੜੇ ਨੇ ਇਹ ਇਸੇ ਕਰਕੇ ਬਣ ਰਹੇ, ਜਿਉਂ-ਜਿਉਂ ਪਰਿਵਾਰ ਤਿੜਕ ਰਹੇ ਨੇ, ਜਿਉਂ-ਜਿਉਂ ਪਰਿਵਾਰਾਂ ਵਿੱਚ ਕਮੀਆਂ ਆ ਰਹੀਆਂ ਨੇ, ਚਾਹੇ ਪਦਾਰਥ ਵੱਧ ਕਰਕੇ ਆ ਰਹੀਆਂ ਨੇ, ਚਾਹੇ ਨਸ਼ਿਆਂ ਕਰਕੇ ਆਈਆਂ ਨੇ, ਜਾਂ ਸਾਡੀ ਕਿਸੇ ਅਹੰਤਾ ਕਰਕੇ ਆ ਰਹੀਆਂ ਨੇ। ਇਹਨਾਂ ਸਾਰਿਆਂ ਕਾਰਨਾਂ ਦੇ ਕਰਕੇ ਜਿਸ ਵੇਲੇ ਪਰਿਵਾਰ 'ਚ ਤਰੇੜਾਂ ਆ ਰਹੀਆਂ ਨੇ, ਸੰਸਾਰ ਵਿੱਚ ਤਰੇੜਾਂ। ਅੱਜ ਤੁਸੀਂ ਦੇਖੋ ਕਿ ਇਹ ਸਾਡੇ ਮੱਥੇ ਤੇ ਕਲੰਕ ਹੈ ਕਿ ਸਾਡੇ ਸੱਭਿਆਚਾਰ ਦੇ ਵਿੱਚ ਵੀ ਜਿਹੜੇ 올ਡ ਏਜ ਹੋਮ ਨੇ, ਭਾਵ ਜਿਹੜੇ ਬਜ਼ੁਰਗਾਂ ਨੂੰ ਸਾਂਭਣ ਵਾਲੇ ਨੇ, ਉਹ ਘਰ ਖੁੱਲ ਗਏ ਨੇ। ਦੇਖੋ ਕਈ ਵਾਰ ਅਸੀਂ ਕਹਿੰਦੇ ਦੇਖੋ ਜੀ ਇਹ ਚੰਗਾ ਕੰਮ ਹੋ ਰਿਹਾ ਵੀ ਬਜ਼ੁਰਗਾਂ ਨੂੰ ਨਹੀਂ ਸੰਭਾਲਦੇ, ਇਹ ਠੀਕ ਹੈ, ਜੇ ਪੁੱਤਰ ਧੀਆਂ ਨਹੀਂ ਸੰਭਾਲਦੇ ਤੇ ਘੱਟੋ ਘੱਟ 올ਡ ਏਜ ਹੋਮ ਉਹਨਾਂ ਨੂੰ ਰੱਖ ਤੇ ਰਹੇ ਨੇ। ਪਰ ਦੂਜੇ ਪਾਸੇ ਜੇ ਸੋਚਿਆ ਜਾਏ ਵੀ 올ਡ ਏਜ ਹੋਮ ਬਣੇ ਕਿਉਂ, ਇਹ ਬਣੇ ਕਿਉਂ, ਇਹਦਾ ਮਤਲਬ ਇਹ ਹੈ ਕਿ ਅਸੀਂ ਇੰਨੇ ਅਨੈਤਿਕ ਹੋ ਗਏ ਹਾਂ ਕਿ ਜਿਸ ਮਾਤਾ ਪਿਤਾ ਨੇ ਸਾਨੂੰ ਜਨਮ ਦਿੱਤਾ, ਜਿਸ ਮਾਂ ਨੇ ਸਾਨੂੰ ਆਪਣੀ ਕੁੱਖ ਵਿੱਚ ਇੰਨੇ ਲੰਬੇ ਸਮੇਂ ਰੱਖ ਕੇ ਪਾਲਿਆ, ਅੱਜ ਅਸੀਂ ਉਸ ਮਾਂ ਨੂੰ ਟੁੱਕਰ ਰੋਟੀ ਨਹੀਂ ਦੇ ਸਕਦੇ, ਉਹਨੂੰ ਘਰੋਂ ਕੱਢ ਦਿੱਤਾ। ਸੋ ਇਹ ਜਿਹੜੇ ਮੈਂ ਬੇਨਤੀ ਕਰ ਰਿਹਾ, ਇਹ ਜਿਹੜੇ 올ਡ ਏਜ ਹੋਮ ਨੇ, ਇਹ ਸਾਡੇ ਮੱਥੇ ਤੇ ਕਲੰਕ ਨੇ। ਪਰ ਤੁਸੀਂ ਦੇਖੋ ਕਿ ਇਹਨਾਂ ਦੀ ਗਿਣਤੀ ਵੱਧਦੀ ਜਾ ਰਹੀ। ਅਸੀਂ ਜੇਕਰ ਆਪਣੇ ਪੰਜਾਬ 'ਚ ਹੀ ਦੇਖ ਲਈਏ ਤਾਂ ਤੁਸੀਂ ਦੇਖੋ ਇਹਨਾਂ ਪਿਛਲੇ 10-20 ਸਾਲਾਂ ਵਿੱਚ ਕਿੰਨੇ 올ਡ ਏਜ ਹੋਮ ਜਿਹੜੇ ਨੇ ਉਹ ਡਿਵੈਲਪ ਹੋਏ ਨੇ। ਇਹ ਸਾਰਾ ਕੁਝ ਕੀ ਦੱਸਦਾ ਹੈ ਕਿ ਸਾਡਾ ਸਮਾਜਿਕ ਜੀਵਨ ਜਿਹੜਾ ਹੈ ਉਹ ਬੜਾ ਨਿਗਾਰ ਵੱਲ ਜਾ ਰਿਹਾ ਹੈ। ਸਾਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਇੰਨਾ ਹੀ ਨਹੀਂ ਹੈਗਾ ਕਿ ਅਸੀਂ ਆਪ ਅੱਛਾ ਖਾ ਪੀ ਲੈਂਦੇ ਹਾਂ, ਸਭ ਕੁਝ ਕਰ ਲੈਂਦੇ ਹਾਂ ਤੇ ਬੜਾ ਅੱਛਾ ਖਾਣਾ, ਅੱਛਾ ਪਹਿਨਣਾ ਕੁਝ ਵੀ ਨਹੀਂ। ਇਹ ਮਤਲਬ ਪ੍ਰਸਤੀ ਹੈ, ਸੈਲਫਿਸ਼ਨੈਸ ਹੈ। ਅਸਲ ਤੇ ਗੱਲ ਹੈ ਵੀ ਜੇਕਰ ਅਸੀਂ ਪਰਿਵਾਰ, ਸੰਸਾਰ, ਸਮਾਜ ਕਿਹੋ ਜਿਹਾ ਪੈਦਾ ਕਰ ਰਹੇ ਹਾਂ ਤਾਂ ਸਾਧ ਸੰਗਤ ਜੀ ਇਹਦੇ 'ਚ ਕਈ ਹੋਰ ਗੱਲਾਂ ਜਿਹੜੀਆਂ ਨੇ ਉਹ ਵੀ ਆ ਜਾਂਦੀਆਂ ਨੇ। ਹੁਣ ਅਗਲਾ ਕਿਉਂਕਿ ਸਮਾਂ ਹੋ ਰਿਹਾ, ਮੈਂ ਦੂਸਰੇ ਪਾਸੇ ਚੱਲਦਾ। ਹੁਣ ਅਸੀਂ ਸੋਚਣਾ ਕਿ ਸਿੱਖ ਪਰਿਵਾਰਾਂ ਵਿੱਚ ਕਲੇਸ਼ ਕਿਉਂ। ਦੇਖੋ ਨਾ, ਅਸੀਂ ਕਈ ਵਾਰੀ ਜੋ ਵੀ ਗੱਲ ਕਰੀਏ ਆਪਣੀ ਕਮਿਊਨਿਟੀ ਦੀ ਗੱਲ ਵੀ ਕਰਨੀ ਬਣਦੀ ਹੈ ਕਿ ਸਿੱਖ ਪਰਿਵਾਰਾਂ ਵਿੱਚ ਕਲੇਸ਼ ਕਿਉਂ। ਸਭ ਤੋਂ ਪਹਿਲੀ ਗੱਲ ਤੇ ਮੇਨ ਗੱਲ ਹੈ ਹੀ ਹੈ ਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰਹੋ। ਜਿਸ ਤਰ੍ਹਾਂ ਕੁਝ ਗੱਲਾਂ ਮੈਂ ਪਿੱਛੇ ਡਿਸਕਸ ਕਰ ਰਿਹਾ, ਚਾਹੇ ਨਸ਼ਿਆਂ ਦੇ ਨੇ, ਚਾਹੇ ਫੈਸ਼ਨ ਦੀਆਂ ਨੇ, ਚਾਹੇ ਪਦਾਰਥਵਾਦ ਦੀਆਂ ਨੇ, ਉਹਨਾਂ ਸਾਰੀਆਂ ਗੱਲਾਂ ਦੇ ਸ਼ੈਡੋ ਵਿੱਚ ਆ ਕੇ ਅਸੀਂ ਰੱਬ ਤੋਂ ਟੁੱਟਦੇ ਜਾ ਰਹੇ ਹਾਂ। ਹੁਣੇ ਕੁਝ ਗੱਲਾਂ ਵੀ ਹੋ ਰਹੀਆਂ ਸਨ ਜਿਹਦੇ ਸੀਗੇ ਕੁਝ ਅੰਮ੍ਰਿਤ ਵੇਲੇ ਦੀ ਡਿਸਕਸ਼ਨ ਹੋ ਰਹੀ ਸੀ। ਪਹਿਲੇ ਮੈਂ ਬੇਨਤੀ ਕਰਦੀ ਹਾਂ, ਗੱਲ ਇਹ ਆ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚ ਲਥਾਰਜੀ ਇਸ ਕਰਕੇ ਆ ਰਹੀ ਹੈ ਕਿ ਸਾਡਾ ਧਿਆਨ ਜਿਹੜਾ, ਦੇਖੋ ਧਿਆਨ ਸਾਡਾ ਉਨਾ ਹੀ ਹੈ, ਜਿਹੜਾ ਸਾਡਾ ਧਿਆਨ ਹੈ ਜੀ ਉਹ ਉਨਾ ਹੀ ਹੈ। ਉਹਨੂੰ ਜਿੱਧਰ ਲਾ ਲਾਂਗੇ ਉਧਰ ਦੌੜ ਜਾਏਗਾ। ਜੇਕਰ ਅਸੀਂ ਆਪਣਾ ਧਿਆਨ ਸਾਰਾ ਹੀ ਪਦਾਰਥ ਵੱਲ ਲਾ ਦਿਆਂਗੇ, ਸਾਰਾ ਮਾਇਆ ਕਮਾਨ ਤੇ, ਫੈਸ਼ਨ ਪ੍ਰਸਤੀ ਤੇ, ਚੌਧਰ ਤੇ ਲਾ ਦਿਆਂਗੇ ਤਾਂ ਉਧਰ ਲੱਗ ਜਾਏਗਾ। ਤੇ ਜੇਕਰ ਉਦੋਂ ਕੁਝ ਘਟਾਵਾਂਗੇ ਤੇ ਇੱਧਰ ਵਧੇਗਾ ਨਾ।
ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ। ਪਹਿਲੀ ਚੀਜ਼ ਕੱਢਾਂਗੇ ਤੇ ਦੂਜੀ ਆਏਗੀ ਨਾ। ਅਸੀਂ ਕਿਉਂਕਿ ਰੱਬ ਨੂੰ ਭੁੱਲ ਗਏ ਹਾਂ, ਜਿਸ ਕਰਕੇ ਸਾਡਿਆਂ ਸਿੱਖ ਪਰਿਵਾਰਾਂ 'ਚ ਕਲੇਸ਼ ਆ ਗਿਆ। ਹੁਣ ਤੁਸੀਂ ਆਖੋਗੇ ਵੀ ਸਿੱਖ ਪਰਿਵਾਰ ਕਿਉਂ ਆਖਿਆ? ਮੈਂ ਇਸ ਕਰਕੇ ਆਖਿਆ ਕਿ ਗੁਰੂ ਨਾਨਕ ਦੇ ਮੱਤ ਵਿੱਚ ਕੋਈ ਕਮੀ ਨਹੀਂ ਹੈ। ਉਹਨਾਂ ਨੇ ਜੀਵਨ ਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੀਵਨ ਦੇ ਹਰ ਪਹਿਲੂ ਤੇ ਸਾਡੀ ਅਗਵਾਈ ਕਰਦੀ ਹੈ। ਤੋ ਜਿਨ੍ਹਾਂ ਕੋਲ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੋਵੇ, ਗੁਰਬਾਣੀ ਦੀ ਅਗਵਾਈ ਹੋਵੇ, ਜਿਨ੍ਹਾਂ ਦਾ ਗੁਰੂ ਹੀ ਸ਼ਬਦ ਗੁਰੂ ਹੋਵੇ ਗੁਰੂ ਗ੍ਰੰਥ ਸਾਹਿਬ, ਤੇ ਉਹਨਾਂ ਦਾ ਜੀਵਨ ਤੇ ਬਹੁਤ ਵਧੀਆ ਹੋਣਾ ਚਾਹੀਦਾ ਸੀ। ਇਸ ਕਰਕੇ ਉਹਨਾਂ ਦੇ ਘਰਾਂ 'ਚ ਕਲੇਸ਼ ਨਹੀਂ ਹੋਣਾ ਚਾਹੀਦਾ। ਇਸ ਕਰਕੇ ਮੈਂ ਲਫ਼ਜ਼ ਜਿਹੜਾ ਸਿੱਖ ਪਰਿਵਾਰ ਵਰਤਿਆ, ਮੈਨੂੰ ਖਿਮਾ ਕਰਨੀ। ਤੋ ਦੂਜਾ ਕਾਰਨ ਇਹ ਹੈ ਕਿ ਹੈ ਤਾਂ ਸਾਰੇ ਕੰਮ, ਦੇਖੋ ਮੇਨ ਮੈਂ ਉੱਪਰ ਇਸੇ ਕਰਕੇ ਲਿਖਿਆ ਪਰਮੇਸ਼ਰ ਤੇ ਭੁੱਲਿਆ, ਕਿ ਗੱਲ ਸਾਰੀ ਉੱਥੋਂ ਜੜਦੀ ਹੈ। ਜੇਕਰ ਜਿੰਨਾ ਚਿਰ ਅਸੀਂ ਰੱਬ ਨੂੰ ਯਾਦ ਰੱਖੀਏ, ਦੇਖੋ ਸਿਮਰਨ ਕੀ ਹੈ? ਰੱਬ ਨੂੰ ਯਾਦ ਰੱਖਣਾ। ਜਿਸ ਵੇਲੇ ਰੱਬ ਨੂੰ ਯਾਦ ਰੱਖਾਂਗੇ ਗਲਤ ਕੰਮ ਨਹੀਂ ਹੋਏਗਾ। ਗਲਤ ਕੰਮ ਤੇ ਹੁੰਦਾ ਹੀ ਹੈ ਕਿ ਸਾਵਧਾਨੀ ਹਟੀ ਦੁਰਘਟਨਾ ਘਟੀ। ਜਿਸ ਵੇਲੇ ਅਸੀਂ, ਸਾਡੀ ਸਾਵਧਾਨੀ ਪਰਮੇਸ਼ਰ ਨੂੰ ਹਟ ਜਾਂਦੀ ਹੈ, ਉਸ ਵੇਲੇ ਸਾਡੇ ਅੰਦਰ ਇਹ ਘਟਨਾਵਾਂ ਘਟਦੀਆਂ। ਅਸੀਂ ਬਾਣੀ ਤੋਂ ਟੁੱਟ ਗਏ, ਫਿਰ ਕੀ ਹੋਇਆ ਕਿ ਉਹਦਾ ਅਸਰ ਪਿਆ ਕਿ ਸਾਡਿਆਂ ਘਰਾਂ ਵਿੱਚ ਪਰਸਪਰ ਪਿਆਰ ਤੇ ਇਤਬਾਰ ਨਹੀਂ। ਜੇਕਰ ਅਸੀਂ ਜਿਹੜੇ ਪਰਿਵਾਰ ਦੇ ਜੀਆਂ ਨਾਲ ਹਰ ਵੇਲੇ ਰਹਿੰਦੇ, ਜੇਕਰ ਉਹਨਾਂ ਤੇ ਇਤਬਾਰ ਨਹੀਂ ਹੈ, ਉਹਨਾਂ 'ਚ ਪਰਸਪਰ ਪਿਆਰ ਨਹੀਂ ਹੈ, ਅਸੀਂ ਕਿਸ ਸਮਾਜ ਦੀ ਗੱਲ ਕਰ ਰਹੇ ਹਾਂ? ਘਰ ਵਿੱਚ ਕਲੇਸ਼ ਹੋਣਾ ਤਾਂ ਜ਼ਰੂਰੀ ਹੈ। ਸੋ ਇਸ ਕਰਕੇ ਘਰਾਂ ਵਿੱਚ ਪਰਸਪਰ ਪਿਆਰ ਹੋਣਾ ਜਿਹੜਾ ਇਹ ਬੜਾ ਜ਼ਰੂਰੀ ਹੈ, ਇਤਬਾਰ ਹੋਣਾ ਬੜਾ ਜ਼ਰੂਰੀ ਹੈ। ਔਰ ਉਹਦੇ ਕੁਝ ਕਾਰਨ ਨੇ ਵੀ ਕਿਉਂ ਹਟ ਜਾਂਦਾ। ਉਹਦਾ ਕਾਰਨ ਇਹ ਹੈ ਕਿ ਸਾਡੀ ਜਿਹੜੀ ਚਤੁਰਾਈ ਹੈ, ਆਪਾਂ ਜਪਜੀ ਸਾਹਿਬ ਦਾ ਵਿਚਾਰ ਕਰ ਰਹੇ ਹਾਂ, ਉਹਦੇ ਵਿੱਚ ਵੀ ਇਹ ਇਸ਼ਾਰੇ ਆ ਰਹੇ ਸਨ। ਜਿਹੜੀ ਮਨੁੱਖ ਦੀ ਆਪਣੀ ਚਤੁਰਾਈ ਹੈ ਨਾ, ਚਤੁਰਾਈ ਹੈ, ਉਹ ਮਨੁੱਖ ਦੇ ਇਹ ਜਿਹੜੇ ਪਰਸਪਰ ਰਿਲੇਸ਼ਨਸ ਨੇ ਉਹਨਾਂ ਤੇ ਵੀ ਅਸਰ ਜਿਹੜਾ ਪਾ ਰਹੀ। ਦੂਸਰਾ ਗੱਲ ਹੈ ਕਿ ਅਸੀਂ ਸਭ ਨੂੰ ਬਣਦਾ ਸਤਿਕਾਰ ਜਿਹੜਾ ਉਹ ਨਹੀਂ ਦਿੰਦੇ। ਮੈਂ ਇੱਕ ਬੇਨਤੀ ਕਰਦੇ ਹਾਂ ਕਿ ਸਾਡੀਆਂ ਏਸ਼ੀਅਨ ਕਮਿਊਨਿਟੀਜ਼ ਦੇ ਵਿੱਚ ਇਹ ਗੱਲ ਆਪਾਂ ਦੇਖਣ ਮਿਲੀ ਹੈ। ਇੱਕ ਗੱਲੋਂ ਕੁਝ ਗੱਲਾਂ ਠੀਕ ਵੀ ਸਨ, ਜਿਸ ਵੇਲੇ ਘਰ ਵਿੱਚ ਜਿਹੜਾ ਵੱਡਾ ਹੈ, ਵਡੇਰਾ ਹੈ, ਉਹਦੀ ਗੱਲ ਮੰਨੀ ਜਾਏ ਤਾਂ ਪਰਿਵਾਰ ਇਕਜੁੱਟ ਰਹਿੰਦਾ ਹੈ। ਹੁਣ ਉਹ ਵਡੇਰਿਆਂ 'ਚ ਗੱਲ ਮੰਨਣ ਵਾਲੀ ਗੱਲ ਤੇ ਆਲਮੋਸਟ ਘਟਦੀ ਜਾਂਦੀ ਹੈ, ਕਿਉਂਕਿ ਹੁਣ ਪਰਿਵਾਰ ਹੀ ਇਕੱਠੇ ਨਹੀਂ ਰਹੇ। ਕੋਈ ਸਮਾਂ ਸੀ ਜਿਸ ਵੇਲੇ ਕਈ ਪੀੜ੍ਹੀਆਂ ਜਿਹੜੀਆਂ ਨੇ ਉਹ ਇੱਕੋ ਹਵੇਲੀ 'ਚ ਰਹਿੰਦੀਆਂ ਸਨ, ਇਕੱਠੀਆਂ ਰਹਿੰਦੀਆਂ ਸਨ। ਹੁਣ ਤੇ ਹਾਲਾਤ ਐਸੇ ਬਣ ਗਏ ਨੇ ਕਿਉਂਕਿ ਸਾਨੂੰ ਇੱਕ ਦੂਜੇ ਦੇ ਇਤਬਾਰ ਨਹੀਂ ਹੈ, ਇਸ ਕਰਕੇ ਉਹ ਵੱਖਰੇ ਹੁੰਦੇ ਗਏ। ਪਰ ਹੁਣ ਤੇ ਹਾਲਾਤ ਐਸੇ ਆ ਗਏ ਨੇ ਕਿ ਕਈਆਂ ਘਰਾਂ ਵਿੱਚ ਉਹਨਾਂ ਦਾ ਇੱਕ ਪੁੱਤਰ ਹੈ ਤੇ ਉਹ ਵੀ ਕਹਿੰਦਾ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦਾ, ਉਹ ਵੱਖਰਾ ਰਹਿਣਾ। ਉਹਦਾ ਕਾਰਨ ਕੀ ਹੈ? ਬੇਸ ਉਹਦਾ ਕੀ ਹੈ? ਰੀਜ਼ਨ ਇੱਕੋ ਹੀ ਹੈ ਕਿ ਪੁੱਤਰ ਨੂੰ ਆਪਣੇ ਮਾਤਾ ਪਿਤਾ ਤੇ ਇਤਬਾਰ ਨਹੀਂ, ਪੁੱਤਰ ਨੂੰ ਆਪਣੇ ਮਾਤਾ ਪਿਤਾ ਨਾਲ ਪਿਆਰ ਨਹੀਂ। ਨਹੀਂ ਤੇ ਉਹ ਆਖੇ ਜਿਸ ਮਾਤਾ ਪਿਤਾ ਨੇ ਮੈਨੂੰ ਪੜ੍ਹਾਇਆ, ਜੰਮਿਆ, ਪਾਲਿਆ, ਵੱਡਾ ਕੀਤਾ, ਸਭ ਕੁਝ ਰੁਜ਼ਗਾਰ ਦਿੱਤਾ, ਮੇਰਾ ਵਿਆਹ ਕੀਤਾ, ਮੈਂ ਇਹਨਾਂ ਦੇ ਨਾਲ ਰਵਾਂ, ਇਹਨਾਂ ਦੇ ਦੁੱਖ ਸੁੱਖ ਦਾ ਸ਼ਰੀਕ ਹੋਵਾਂ? ਨਹੀਂ। ਬੜੇ ਐਸੇ ਤੁਹਾਨੂੰ ਪਰਿਵਾਰ ਮਿਲਣਗੇ ਜਿਨ੍ਹਾਂ ਦੇ ਮਾਤਾ ਪਿਤਾ ਜਿਹੜੇ ਨੇ ਉਹ ਬਜ਼ੁਰਗ ਹੋ ਗਏ ਨੇ, ਜੇ ਉਹਨਾਂ ਨਾਲ ਵੀ ਰਹਿੰਦੇ ਨੇ ਤੇ ਉਹਨਾਂ ਦੀ ਕੇਅਰ ਨਹੀਂ ਕਰਦੇ, ਜਾਂ ਉਹ ਵੱਖਰੇ ਰਹਿੰਦੇ ਨੇ, ਜਾਂ ਫਿਰ ਵਿਚਾਰੇ ਕਈ ਜਿਹੜੇ ਨੇ ਆਸ਼ਰਮਾਂ ਵਿੱਚ ਰੁਲ ਰਹੇ ਨੇ। ਉਹਦਾ ਕਾਰਨ ਇਹ ਹੈ ਕਿ ਮੈਂ ਜਿਸ ਨੂੰ ਬੇਨਤੀ ਕਰ ਰਿਹਾ ਕਿ ਕੋਈ ਸਮਾਂ ਸੀ ਕਿ ਕਈ ਪੀੜ੍ਹੀਆਂ ਇਕੱਠੀਆਂ ਰਹਿੰਦੀਆਂ ਸੀ। ਹੁਣ ਇਤਬਾਰ ਨਾ ਹੋਣ ਕਰਕੇ ਜਿਉਂ ਇਤਬਾਰ ਘਟਦਾ ਜਾਂਦਾ ਹੈ, ਇੱਥੇ ਹੀ ਗੱਲ ਖਤਮ ਨਹੀਂ ਹੈਗੀ। ਇੱਥੋਂ ਤੱਕ ਕਿ ਕਈ ਵਾਰੀ ਮੀਆਂ ਬੀਵੀ ਦਾ ਆਪਸ 'ਚ ਇਤਬਾਰ ਟੁੱਟ ਜਾਂਦਾ ਹੈ ਤੇ ਗੱਲ ਤਲਾਕ ਤੇ ਆ ਜਾਂਦੀ। ਮੈਂ ਬੇਨਤੀ ਕਰਦੇ ਹਾਂ, ਕਿਉਂਕਿ ਮੈਂ ਸਿੱਖ ਪਰਿਵਾਰ ਲਫ਼ਜ਼ ਵਰਤਿਆ, ਸਾਡਾ ਕੰਸਟੀਟਿਊਸ਼ਨ ਸਾਡੀ ਸਿੱਖ ਰਹਿਤ ਮਰਿਆਦਾ, ਸਿੱਖ ਰਹਿਤ ਮਰਿਆਦਾ ਵਿੱਚ ਆਨੰਦ ਸੰਸਕਾਰ ਦਾ ਜ਼ਿਕਰ ਤਾਂ ਹੈ, ਤਲਾਕ ਦਾ ਕਿਤੇ ਜ਼ਿਕਰ ਨਹੀਂ। ਸੋ ਇਸ ਕਰਕੇ ਸਾਨੂੰ ਪਰਿਵਾਰ ਇਹੋ ਜਿਹਾ ਸਿਰਜਣਾ ਚਾਹੀਦਾ ਹੈ ਜਿੱਥੇ ਇਸ ਤੱਤਾ ਲੱਲੇ ਨੂੰ ਕੰਨਾ ਤੇ ਕੱਕਾ ਲਫ਼ਜ਼ ਜਿਹੜਾ ਇਹਦਾ ਸਾਨੂੰ ਪਤਾ ਹੀ ਨਾ ਹੋਵੇ। ਸੋ ਹਾਲਾਤ ਐਸੇ ਹੋਣੇ ਚਾਹੀਦੇ ਨੇ ਤੇ ਸਾਨੂੰ ਸਭ ਨੂੰ ਬਣਦਾ ਸਤਿਕਾਰ ਦੇਣਾ ਚਾਹੀਦਾ। ਇੱਕ ਗੱਲ ਹੋਰ ਹੈ, ਸਾਡੇ ਘਰਾਂ 'ਚ ਕਲੇਸ਼ ਦੀ ਹੈ, ਮੈਂ ਬੇਨਤੀ ਕਰ ਰਿਹਾ ਸਾਂ ਕਿ ਇਹ ਹੁੰਦਾ ਸੀ ਜੀ ਵੱਡਾ ਜਿਹੜਾ ਵਡੇਰੇ ਦੀ ਗੱਲ ਸੁਣੀ ਜਾਏ, ਪਰਿਵਾਰ ਇਕੱਠਾ ਰਹਿੰਦਾ। ਪਰ ਜਿਸ ਤਰ੍ਹਾਂ ਕਹਿੰਦੇ ਨੇ ਫੁੱਲ ਨਾਲ ਕੰਡੇ ਹੁੰਦੇ ਨੇ, ਇੱਕ ਸਾਡੇ 'ਚ ਹੋਰ ਏਸ਼ੀਅਨ ਕਮਿਊਨਿਟੀ 'ਚ ਪ੍ਰੋਬਲਮ ਇਹ ਹੈ ਕਿ ਤੁਸੀਂ ਦੇਖਿਆ ਹੋਣਾ ਕਿ ਜਿਸ ਵੇਲੇ ਅਸੀਂ ਛੋਟੇ ਨਾਲ ਗੱਲ ਕਰਦੇ ਹਾਂ ਤੇ ਸਾਡੇ ਬੋਲਣ ਦਾ ਢੰਗ ਕੁਝ ਹੋਰ ਹੁੰਦਾ ਹੈ, ਜਿਸ ਵੇਲੇ ਵੱਡੇ ਨਾਲ ਗੱਲ ਕਰਦੇ ਹਾਂ ਕੁਝ ਹੋਰ ਹੁੰਦਾ ਹੈ। ਮੈਨੂੰ ਵੈਸੇ ਸਮਝ ਨਹੀਂ ਆਈ ਇਸ ਗੱਲ ਦੀ। ਵੱਡੇ ਨਾਲ ਗੱਲ ਕਰੇ, ਆਓ ਜੀ, ਦੱਸੋ ਜੀ, ਤੁਸੀਂ ਕੀ ਕਿਹਾ ਜੀ, ਤੇ ਜੇਕਰ ਛੋਟੇ ਨਾਲ ਹਾਂ ਦੱਸ ਕੀ ਕਿਹਾ, ਹੱਦ ਹੋ ਗਈ ਹੈ। ਅਰਥ ਉਹੀ ਹੈ ਪਰ ਕਿੰਨਾ ਕੁਰਖਤ ਬੋਲ ਹੈ।
ਇਹ ਕੁਰਖਤ ਬੋਲ ਸਾਡਿਆਂ ਪਰਿਵਾਰਾਂ 'ਚ ਤਰੇੜਾਂ ਲਿਆ ਰਿਹਾ, ਅਸੀਂ ਸਮਝ ਨਹੀਂ ਰਹੇ। ਜਿਵੇਂ ਕਿ ਵੀ ਹੌਲੀ ਹੌਲੀ ਕੋਈ ਤਰੇੜ ਆਵੇ ਨਾ, ਤੇ ਇੱਕਦਮ ਜਾ ਕੇ ਕਾਫੀ ਸਮੇਂ ਬਾਅਦ ਜਾ ਕੇ ਉਹ ਦੋ ਫਾੜ ਹੁੰਦੀ ਹੈ। ਇਸੇ ਤਰ੍ਹਾਂ ਇਹ ਨਿੱਕੀਆਂ ਗੱਲਾਂ ਜਿਹੜੀਆਂ ਇਹ ਘਰਾਂ ਵਿੱਚ ਤਰੇੜਾਂ ਲਿਆਉਂਦੀਆਂ ਨੇ, ਪਰਿਵਾਰਾਂ 'ਚ ਤਰੇੜਾਂ ਲਿਆਉਂਦੀਆਂ ਨੇ। ਮੈਂ ਬੇਨਤੀ ਕਰ ਰਿਹਾ ਕਿ ਬਾਣੀ 'ਚ ਆਪਾਂ ਪੜ੍ਹਦੇ ਹਾਂ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜੋ ਉਪਜਿਆ ਕੌਣ ਭਲੇ ਕੌਣ ਮੰਦੇ। ਕਹਿੰਦੇ ਸਾਰੇ ਇੱਕ ਨੂਰ ਤੋਂ ਉਪਜੇ ਨੇ। ਠੀਕ ਹੈ ਜੀ। ਮੈਂ ਬੇਨਤੀ ਕਰ ਰਿਹਾ ਸਾਂ ਕਿ ਜਿਸ ਵੇਲੇ ਅਸੀਂ ਛੋਟੇ ਨਾਲ ਗੱਲ ਕਰਦੇ ਹਾਂ, ਸਾਡੀ ਲੈਂਗੁਏਜ ਕਿਉਂ ਹੋਰ ਹੁੰਦੀ ਹੈ? ਵੱਡੇ ਨੂੰ ਤਾਂ ਕਹਾਂਗੇ ਹਾਂਜੀ ਆਓ ਜੀ ਦੱਸੋ ਜੀ ਕੀ ਕਿਹਾ ਜੀ, ਛੋਟੇ ਨੂੰ ਦੱਸ ਤੂੰ ਕੀ ਕਿਹਾ। ਜੇਕਰ ਆਪਾਂ ਉਹੀ ਲਫ਼ਜ਼ ਜਿਹੜੇ ਵੱਡੇ ਲਈ ਵਰਤੇ ਹਾਂ, ਜੇ ਛੋਟਿਆਂ ਲਈ ਵਰਤਦੇ ਤੇ ਕੀ ਹਰਜ ਹੈ? ਮੈਨੂੰ ਤਾਂ ਨਹੀਂ ਲੱਗਦਾ ਕੋਈ ਤਕਲੀਫ ਹੁੰਦੀ ਹੋਵੇ ਜਾਂ ਕੋਈ ਜ਼ੋਰ ਲੱਗਦਾ ਹੋਵੇ। ਪਰ ਮੈਂ ਇੱਕ ਗੱਲ ਗਰੰਟੀ ਨਾਲ ਕਹਿ ਸਕਦਾ, ਜੇਕਰ ਤੁਸੀਂ ਆਪਣੇ ਬੱਚੇ ਨੂੰ ਸਤਿਕਾਰ ਨਾਲ ਬੁਲਾਓਗੇ ਤੇ ਤੁਸੀਂ ਉਹਦੇ ਅੰਦਰ ਸਤਿਕਾਰ ਦਾ ਬੀਜ ਬੀਜ ਰਹੇ ਹੋ, ਤੇ ਵੱਡੇ ਹੋ ਕੇ ਉਹ ਸਤਿਕਾਰ ਦੇ ਬੀਜ ਜਿਹੜੇ ਨੇ ਸਤਿਕਾਰ ਕੱਢਣਗੇ ਤੇ ਤੁਹਾਡਾ ਬੱਚਾ ਸਤਿਕਾਰ ਕਰੇਗਾ। ਪਰ ਜੇਕਰ ਆਪਾਂ ਕੁਰਖਤ ਬੋਲ ਰਹੇ ਹਾਂ, ਜੇਕਰ ਆਪਾਂ ਕੁਰਖਤ ਬੋਲ ਰਹੇ ਹਾਂ, ਉਹ ਬਾਣੀ ਸਾਨੂੰ ਖਬਰਦਾਰੀ ਕੀਤੀ, ਇੱਕ ਫਿੱਕਾ ਨਾ ਗੱਲ ਆਏ। ਬਾਬਾ ਫਰੀਦ ਜੀ ਨੇ ਕਿਹਾ ਕਦੀ ਕਿਸੇ ਨੂੰ ਭੁੱਲ ਕੇ ਵੀ ਫਿੱਕਾ ਬੋਲ ਨਹੀਂ ਬੋਲਣਾ, ਫਿੱਕਾ ਬੋਲ ਵੀ ਗੁਚਣਾ, ਸੁਣ ਮੂਰਖ ਮਨ ਅਜਾਣ। ਅਸੀਂ ਜੇ ਛੋਟੇ ਬੱਚੇ ਨੂੰ ਇਸ ਕਰਕੇ ਜੇਕਰ ਛੋਟੇ ਬੱਚੇ ਨੂੰ ਅਸੀਂ ਕੁਰਖਤ ਬੋਲਾਂਗੇ ਤੇ ਯਾਦ ਰੱਖੋ ਉਹਦੇ ਅੰਦਰ ਕੁਰਖਤ ਜਿਹੜਾ ਬੀਜ ਹੈ ਉਹ ਬੀਜਿਆ ਜਾਏਗਾ ਤੇ ਵੱਡੇ ਹੋ ਕੇ ਬੱਚਾ ਕੁਰਖਤ ਬਣੇਗਾ, ਫਿਰ ਤੁਹਾਨੂੰ ਤਕਲੀਫ ਹੋਏਗੀ। ਇੱਕ ਹੋਰ ਜਿਹੜੀ ਗੱਲ ਜਿਹੜੀ ਆਪਾਂ ਦੇਖਦੇ ਹਾਂ, ਉਹ ਬਹੁਤ ਸਾਰੇ ਸਾਡੇ ਘਰਾਂ 'ਚ, ਮੈਨੂੰ ਖਿਮਾ ਕਰਨਾ ਜਿਹਨਾਂ ਦੇ ਨਹੀਂ, ਮੁਬਾਰਕ ਹੈ, ਪਰ ਮੈਂ ਖਿਮਾ ਮੰਗ ਲੈਣਾ। ਆਮ ਤੌਰ ਤੇ ਕੀ ਹੁੰਦਾ ਹੈ ਵੀ ਦੇਖੋ, ਜਿਸ ਵੇਲੇ ਅਸੀਂ ਗੁਰਦੁਆਰੇ ਜਾਂਦੇ ਹਾਂ ਨਾ ਜੀ, ਉੱਥੇ ਅਸੀਂ ਬੜੀ ਸੇਵਾ ਕਰਦੇ ਹਾਂ, ਭਾਂਡੇ ਵੀ ਮਾਂਜਦੇ ਹਾਂ, ਜੂਠੇ ਭਾਂਡੇ ਮਾਂਜਦੇ ਹਾਂ, ਲੰਗਰ ਵਰਤਾਉਂਦੇ ਹਾਂ, ਕਈ ਕੁਝ ਕਰਦੇ ਹਾਂ, ਜੋੜੇ ਸਾਫ਼ ਕਰਨੇ ਚਾਹੀਦੇ ਨੇ, ਚੰਗੀ ਗੱਲ ਹੈ। ਪਰ ਜਿਸ ਵੇਲੇ ਘਰ ਆਉਂਦੇ ਹਾਂ ਨਾ, ਤੇ ਘਰ ਆਉਂਦੇ ਆ ਪਾਣੀ ਦਾ ਗਲਾਸ ਫੜਾਈ, ਮਤਲਬ ਆਉਂਦੇ ਆ ਜਨਾਨੀਆਂ ਤੇ ਅਸੀਂ ਰੋਬ ਮਤਲਬ ਪਾਣਾ ਸ਼ੁਰੂ ਕਰ ਦਿੰਦੇ। ਬਈ ਮੈਨੂੰ ਸਮਝ ਨਹੀਂ ਆਉਂਦੀ ਵੀ ਗੁਰਦੁਆਰੇ ਸੰਗਤ ਤੇ ਘਰ ਵਿੱਚ ਕੀ ਹੈ? ਇਹ ਵੀ ਤਾਂ ਗੁਰੂ ਨਾਨਕ ਦੀ ਸੰਗਤ ਹੈ। ਜਿੰਨਾ ਚਿਰ ਅਸੀਂ ਆਪਣੇ ਘਰ ਵਿੱਚ ਘਰ ਦੇ ਜੀਆਂ ਨੂੰ ਗੁਰੂ ਨਾਨਕ ਦੀ ਸੰਗਤ ਨਹੀਂ ਸਮਝਾਂਗੇ, ਸਾਡੇ ਪਰਿਵਾਰ ਮਿੱਠ ਬੋਲੜੇ ਨਹੀਂ ਬਣਨਗੇ। ਸਾਡਾ ਜਿਹੜਾ ਨਾ ਕਿਰਦਾਰ ਹੀ ਮਤਲਬ ਦੋ ਤਰ੍ਹਾਂ ਦਾ ਹੈਗਾ, ਸਾਡਾ ਡਿਊਅਲ ਰੋਲ ਹੈ, ਦੋ ਤਰ੍ਹਾਂ ਦੇ ਰੋਲ ਕਰਦੇ ਆ। ਗੁਰਦੁਆਰੇ ਸਾਡੇ ਬੋਲ ਹੋਰ ਹੁੰਦੇ ਨੇ, ਸਭ ਨੂੰ ਮਿੱਠੇ ਬੋਲਾਂ ਨਾਲ ਬੋਲਦੇ ਹਾਂ, ਆਓ ਜੀ ਇੱਥੇ ਬੈਠੋ ਜੀ, ਕਰੋ ਜੀ। ਘਰ ਆ ਕੇ ਸਾਡੇ ਬੋਲ ਕੇ ਬਦਲ ਜਾਂਦੇ ਨੇ, ਘਰ ਆਉਂਦਿਆਂ ਸਾਡੇ 'ਚ ਫਰਕ ਪੈ ਜਾਂਦਾ। ਗੁਰਦੁਆਰੇ ਤੇ ਸੇਵਾ ਕਰਨੀ। ਮੈਨੂੰ ਇੱਕ ਗੱਲ ਯਾਦ ਆਈ, ਕਿਸੇ ਨੇ ਕਹਾਣੀ ਲਿਖੀ ਸੀ, ਉਹ ਬਜ਼ੁਰਗ ਨੇ ਕਿਹਾ ਆਪਣੀ ਨੂੰਹ ਨੂੰ, ਬੇਟਾ ਇਹ ਮੇਰੀ ਕਮੀਜ਼ ਜਿਹੜੀ ਹੈ ਬੜੀ ਮੈਲੀ ਹੋਈ, ਧੋ ਦੇ। ਉਹ ਕਹਿੰਦੀ ਕੋਈ ਗੱਲ ਨਹੀਂ, ਰੱਖ ਦੇ, ਕਰ ਲਾਂਗੀ, ਮੈਂ ਗੁਰਦੁਆਰੇ ਜਾਣਾ, ਉੱਥੇ ਜਾ ਕੇ ਮੈਂ ਆਪਣਾ ਦਰੀਆਂ ਝਾੜਨੀਆਂ ਨੇ, ਉਹ ਕੰਮ ਕਰਨਾ। ਮਤਲਬ ਗੁਰਦੁਆਰੇ ਦੀਆਂ ਦਰੀਆਂ ਝਾੜਨੀਆਂ ਨੇ, ਪਰ ਘਰ ਬੈਠਾ ਇੱਕ ਲਾਚਾਰ ਬਜ਼ੁਰਗ ਜਿਹੜਾ ਉਹਦੀ ਕਮੀਜ਼ ਜਿਹੜੀ ਹੈ ਉਹ ਧੋਣ ਤੋਂ ਤੁਹਾਨੂੰ ਤਕਲੀਫ ਹੈ। ਹੁਣ ਕਿਆ ਉਹਦੇ ਵਿੱਚ ਰੱਬ ਨਹੀਂ? ਬਾਣੀ 'ਚ ਪੜ੍ਹਦੇ ਹਾਂ ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰਹੇ। ਉਹ ਕਿਹੜੇ ਘੱਟ ਨੇ? ਜਿਹੜੇ ਸਾਡੇ ਘਰ ਤੋਂ ਬਾਹਰ ਨਹੀਂ, ਜਿਹੜੇ ਸਾਡੇ ਘਰ ਦੇ ਅੰਦਰ ਜੀ ਨੇ ਉਹਨਾਂ ਦੇ ਅੰਦਰ ਵੀ ਰਾਮ ਬੋਲਦਾ ਹੈ। ਮੈਂ ਬੇਨਤੀ ਕਰਦਾ ਉਹਨਾਂ, ਇੱਕ ਤਾਂ ਸਾਡਾ ਬਾਇਓਲੋਜਿਕ ਰਿਲੇਸ਼ਨ ਹੈ, ਕੋਈ ਮੇਰਾ ਪੁੱਤਰ ਹੈ, ਕੋਈ ਮੇਰਾ ਭਰਾ ਹੈ, ਕੋਈ ਪਤਨੀ ਹੈ, ਕੋਈ ਮਾਤਾ ਹੈ, ਪਰ ਇੱਕ ਸਾਡਾ ਜਿਹੜਾ ਸਪਿਰਿਚੁਅਲ ਰਿਲੇਸ਼ਨ ਹੈ, ਉਹਨਾਂ ਸਾਰਿਆਂ ਦੇ ਅੰਦਰ ਵਾਹਿਗੁਰੂ ਬੋਲਦਾ, ਸਭੇ ਘਟ ਰਾਮ ਬੋਲੇ। ਉਹਨਾਂ ਦੇ ਸਭ ਮੈਂ ਜੋਤ ਹੈ ਸੋਏ, ਜਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਅਸੀਂ ਹਰ ਜੀ ਦੇ ਅੰਦਰ ਜਿਸ ਵੇਲੇ ਰੱਬੀ ਜੋਤ ਦੇਖਾਂਗੇ ਤੇ ਫਿਰ ਕੁਰਖਤ ਬੋਲ ਤੇ ਬੋਲਣ ਦਾ ਕੋਈ ਗੱਲ ਰਹੇਗੀ ਨਹੀਂ। ਸੋ ਇਸ ਕਰਕੇ ਅਸੀਂ ਇਹ ਖਿਆਲ ਰੱਖੀਏ ਕਿ ਅਸੀਂ ਛੋਟਿਆਂ ਨੂੰ ਝਿੜਕ ਕੇ ਬੋਲਣਾ, ਜਾਂ ਅਸੀਂ ਘਰਾਂ ਦੇ ਵਿੱਚ, ਮੈਨੂੰ ਖਿਮਾ ਕਰਨਾ, ਕਿ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਪਾਣੀ ਪੀ ਕੇ ਗਲਾਸ ਉੱਥੇ ਹੀ ਝੂਠਾ ਛੱਡ ਦੇਣਾ। ਗੁਰਦੁਆਰੇ ਤੇ ਭਾਂਡੇ ਮਾਂਜਣੇ, ਵੱਡੇ ਵੱਡੇ ਦੇਗੇ ਵੀ ਸਾਫ਼ ਕਰ ਦੇਣੇ, ਘਰ ਆਪਣੇ 'ਚ ਪਾਣੀ ਪੀ ਕੇ ਝੂਠਾ ਗਲਾਸ ਉੱਤੇ ਛੱਡ ਦੇਣਾ। ਆਵੇ ਤੇ ਜਨਾਨੀ ਚੁੱਕੇ, ਤੂੰ ਕਿਉਂ ਨਾ ਚੁੱਕੇ ਵੀ? ਇਹ ਮੈਂ ਇਸ ਕਰਕੇ ਗੱਲਾਂ ਕਰ ਰਿਹਾ, ਭਾਵੇਂ ਤੁਹਾਨੂੰ ਚੰਗੀਆਂ ਨਾ ਲੱਗਦੀਆਂ ਹੋਣਗੀਆਂ, ਪਰ ਇਹ ਗੱਲਾਂ ਛੋਟੀਆਂ ਛੋਟੀਆਂ ਜਿਹੜੀਆਂ ਨੇ ਤਰੇੜਾਂ ਲਿਆ ਰਹੀਆਂ ਨੇ ਸਾਡੇ ਪਰਿਵਾਰਾਂ ਦੇ ਵਿੱਚ, ਜਿਸ ਕਰਕੇ ਸਾਡੇ ਪਰਿਵਾਰ ਜਿਹੜੇ ਨੇ ਉਹਨਾਂ ਵਿੱਚ ਕਲੇਸ਼ ਆ ਰਿਹਾ। ਸਮਾਂ ਹੋ ਰਿਹਾ ਤੋਂ ਅਖੀਰ ਤੇ ਮੈਂ ਇਹ ਬੇਨਤੀ ਕਰਾਂਗਾ ਕਿ ਆਦਰਸ਼ਕ ਪਰਿਵਾਰ ਕੀ ਹੈ। ਸਾਨੂੰ ਇੱਕ ਆਦਰਸ਼ਕ ਪਰਿਵਾਰ ਜਿਹੜਾ ਸਿਰਜਣਾ ਚਾਹੀਦਾ। ਜਿੰਨੀਆਂ ਗੱਲਾਂ ਆਪਾਂ ਉੱਪਰ ਕਰਕੇ ਆਏ ਹਾਂ ਉਹ ਇਸੇ ਡਾਇਰੈਕਸ਼ਨ ਵਿੱਚ ਸਨ ਕਿ ਕਿਹੜੀਆਂ ਗੱਲਾਂ ਆਦਰਸ਼ਕ ਪਰਿਵਾਰ ਦੇ ਰਸਤੇ 'ਚ ਰੁਕਾਵਟ ਨੇ ਤੇ ਕਿਹੜੀਆਂ ਗੱਲਾਂ ਨਾਲ ਆਦਰਸ਼ਕ ਪਰਿਵਾਰ ਜਿਹੜੇ ਨੇ ਉਹ ਸਿਰਜੇ ਜਾ ਸਕਦੇ ਨੇ। ਦੇਖੋ ਗੱਲ ਇਹ ਹੈ ਬਈ, ਆਪਾਂ ਹੁਣ ਤੱਕ ਜਿਹੜੀ ਗੱਲ ਕੀਤੀ ਹੈ ਨਾ, ਇੱਕ ਛੋਟੀ ਜੀ ਇਕਾਈ ਦੀ ਗੱਲ ਕੀਤੀ ਸੀ, ਆਪਣੇ ਪਰਿਵਾਰਾਂ ਦੀ ਗੱਲ ਕੀਤੀ ਸੀ, ਆਪਣੀ ਕਮਿਊਨਿਟੀ ਦੀ ਗੱਲ ਕੀਤੀ ਸੀ। ਹੁਣ ਦੇਖੋ ਸਾਧ ਸੰਗਤ, ਜੇ ਆਪਾਂ ਗੁਰਬਾਣੀ ਪੜ੍ਹਦੇ ਹਾਂ
ਤੇ ਸਾਡਾ ਪਰਿਵਾਰ ਦੀ ਡੈਫੀਨੇਸ਼ਨ ਕੀ ਹੈ? ਪਰਿਵਾਰ ਕੀ ਹੈ? ਮਹਾਰਾਜ ਨੇ ਕਿਹਾ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰੂਪ ਨਦਰੀ ਹੈ। ਸਾਰਾ ਸੰਸਾਰ ਹੀ ਵਾਹਿਗੁਰੂ ਦਾ ਰੂਪ ਹੈ। ਦੇਖੋ ਵਾਹਿਗੁਰੂ ਜਿਹੜਾ ਹੈ, ਸਾਡਾ ਪਿਤਾ ਕਰਤਾ ਵਾਹਿਗੁਰੂ ਹੈ, ਠੀਕ ਹੈ, ਕ੍ਰੀਏਟਰ ਵਾਹਿਗੁਰੂ ਹੈ। ਸਾਰੇ ਵਾਹਿਗੁਰੂ ਦੀ ਔਲਾਦ ਨੇ। ਜੇਕਰ ਇੱਕ ਪਿਤਾ ਵਾਹਿਗੁਰੂ ਹੈ, ਆਪਾਂ ਕਹਿੰਦੇ ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਜੇ ਸਾਡਾ ਇੱਕ ਪਿਤਾ ਹੈ, ਉਹਦੇ ਸਾਰੇ ਬਾਲਕ ਆ, ਤੇ ਸਾਡਾ ਪਰਿਵਾਰ ਉਹ ਨਹੀਂ ਜਿਹੜਾ ਸਾਡਾ 4 ਕਮਰਿਆਂ ਵਾਲਾ। ਸਾਡਾ ਪਰਿਵਾਰ ਉਹ ਨਹੀਂ ਜਿਹਦੇ ਚ ਮੇਰੇ ਬੱਚੇ ਨੇ, ਮੇਰੇ ਭੈਣਾਂ ਭਰਾ ਨੇ। ਸਾਡਾ ਪਰਿਵਾਰ ਸਾਰਾ ਸੰਸਾਰ ਹੈ। ਸਾਡੀ ਏਡੀ ਵਿਸ਼ਾਲ ਦ੍ਰਿਸ਼ਟੀ ਹੋਣੀ ਚਾਹੀਦੀ ਹੈ ਕਿ ਸਾਨੂੰ ਸਾਰਾ ਪਰਿਵਾਰ, ਸਾਰਾ ਸੰਸਾਰ ਆਪਣਾ ਪਰਿਵਾਰ ਦਿਸੇ। ਸੰਸਾਰ ਹੈ ਤਾਂ ਪਰਿਵਾਰ ਹੀ ਹੈ, ਕਿਉਂਕਿ ਕਰਤਾ ਵਾਹਿਗੁਰੂ ਹੈ, ਪਰ ਸਾਨੂੰ ਦਿਸਦਾ ਕਿਉਂ ਨਹੀਂ? ਕਿਉਂਕਿ ਸਾਡੀ ਦਿਵ ਦ੍ਰਿਸ਼ਟੀ ਨਹੀਂ। ਮਹਾਰਾਜ ਨੇ ਆਨੰਦ ਸਾਹਿਬ ਚ ਆਖਿਆ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਪਰ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾ ਇੱਕ ਹੈ, ਹਰ ਬਿਨ ਅਵਰ ਨ ਕੋਈ ਕਹਿ ਨਾਨਕ, ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟੀ। ਜਿਸ ਵੇਲੇ ਸਤਿਗੁਰੂ ਨੂੰ, ਗੁਰਬਾਣੀ ਨੂੰ ਮਿਲਾਂਗੇ ਨਾ, ਗੁਰਬਾਣੀ ਮੰਦਰ ਵਸਾਵਾਂਗੇ, ਸਾਡੀ ਦਿਵ ਦ੍ਰਿਸ਼ਟੀ ਹੋ ਜਾਏਗੀ। ਦਿਵ ਦ੍ਰਿਸ਼ਟੀ ਨਾਲ ਸਾਨੂੰ ਪਤਾ ਲੱਗਿਆ ਕਿ ਨਾ ਕੋ ਵੈਰੀ ਨਾ ਹੈ ਬਗਾਨਾ, ਸਗਲ ਸੰਗ ਹਮਕੋ ਬਨਾਈ। ਫਿਰ ਸਾਰਾ ਪਰਿਵਾਰ ਇੱਕ ਹੈ। ਦੇਖੋ ਅਸੀਂ ਆਮ ਤੌਰ ਤੇ ਕਹਿੰਦੇ ਜੀ ਘਰ ਦਾ ਜੀ ਕੋਈ ਗਲਤੀ ਕਰ ਵੀ ਲੈਣਾ, ਅਸੀਂ ਉੱਤੇ ਪਰਦਾ ਪਾ ਦਿੰਦੇ ਹਾਂ। ਆਪਣਾ ਬੱਚਾ ਕੋਈ ਵਿਗਾੜਾ ਪਾ ਵੀ ਆਵੇ ਤੇ ਅਸੀਂ ਉਹਨੂੰ ਚੁੱਪ ਕਰਕੇ ਅੰਦਰ ਬਹਿ ਕੇ ਸਮਝਾ ਲੈਂਦੇ। ਪਰ ਜੇਕਰ ਗੁਆਂਢੀ ਦੀ ਗੱਲ ਹੋਵੇ, ਅਸੀਂ ਉਹਦੇ ਪਰਦੇ ਫਾੜ ਦਿੰਦੇ। ਤੇ ਜਿਸ ਦਿਨ ਸਾਨੂੰ ਸਮਝ ਆ ਗਈ ਗੁਆਂਢੀ ਹੈ ਹੀ ਕੋਈ ਨਹੀਂ, ਸਾਰਾ ਸੰਸਾਰ ਇੱਕ ਹੈ, ਅਸੀਂ ਸਭ ਦੇ ਉੱਤੇ ਪਰਦਾ ਪਾਵਾਂਗੇ। ਹਰੇਕ ਦੇ ਦੁੱਖ ਸੁੱਖ 'ਚ ਸਾਂਝੇ ਹੋਵਾਂਗੇ। ਹਰੇਕ ਦੇ ਦੁੱਖ, ਕਿਸੇ ਦਾ ਦੁੱਖ ਦੇਖ ਕੇ ਅਰਦਾਸ ਕਰਾਂਗੇ। ਇੱਕ ਪਰਿਵਾਰ, ਇਹ ਹੈ ਆਦਰਸ਼ਕ ਪਰਿਵਾਰ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤਾ ਹੈ। ਅਸੀਂ ਤਾਂ ਇੱਕ ਛੋਟੇ ਜਿਹੇ ਪਰਿਵਾਰ ਦੀ ਇਕਾਈ ਵਿੱਚ ਆਪਣੇ ਆਪ ਨੂੰ ਸੀਮਿਤ ਕਰਕੇ ਬੈਠ ਗਏ। ਜਦ ਕਿ ਜਿਸ ਵੇਲੇ ਆਪਾਂ ਅੰਮ੍ਰਿਤ ਪਾਨ ਵੀ ਕਰਦੇ ਆ ਨਾ, ਤੇ ਉਸ ਵੇਲੇ ਸਾਨੂੰ ਇੱਕ ਬਾਟੇ ਛਕਾਇਆ ਜਾਂਦਾ। ਕਿਉਂ? ਇਸ ਕਰਕੇ ਦੱਸਿਆ ਜਾਂਦਾ ਕਿ ਤੁਹਾਡਾ ਪਿਛਲਾ ਕਰਮ ਨਾਸ, ਤੁਹਾਡੀ ਕੁਲ ਨਾਸ, ਤੁਹਾਡੀ ਜਾਤ ਨਾਸ, ਅੱਜ ਤੋਂ ਤੁਸੀਂ ਇੱਕ ਖਾਲਸਾ ਪਰਿਵਾਰ ਨਾਲ ਬਣ ਗਏ। ਖਾਲਸੇ ਨਾਲ ਇੱਕ ਖਾਲਸ ਪਰਿਵਾਰ ਨਾਲ ਬਣ ਗਏ, ਜਿਹਦੇ ਵਿੱਚ ਕੋਈ ਊਣਤਾਈ ਨਹੀਂ ਹੈ। ਤੁਹਾਨੂੰ ਇੱਕ ਬਾਟੇ ਵਿੱਚ ਛਕਾਇਆ ਜਾਂਦਾ, ਤੁਸੀਂ ਇੱਕ ਟੱਬਰ ਬਣ ਗਏ, ਇੱਕ ਪੂਰਾ ਪਰਿਵਾਰ ਬਣ ਗਏ। ਇਹ ਇੱਕ ਸਿੰਬੋਲਿਕ ਹੈ। ਜਿਸ ਨਾਲ ਆਪਾਂ ਅੰਮ੍ਰਿਤ ਛਕਦੇ ਹਾਂ, ਇਹ ਸਿੰਬੋਲਿਕ ਹੈ ਕਿ ਜਿਸ ਤਰ੍ਹਾਂ ਇੱਕ ਬਾਟਾ ਹੈ ਨਾ, ਇਹ ਸਾਰਾ ਸੰਸਾਰ ਇੱਕ ਬਾਟਾ ਹੈ, ਤੇ ਉਹਦੇ ਵਿੱਚ ਜਿਹੜਾ ਅੰਮ੍ਰਿਤ ਆਪਾਂ ਪੀਂਦੇ ਹਾਂ ਨਾ ਇਕੱਠੇ ਰਲ ਕੇ, ਇਹ ਸਾਰਾ ਸੰਸਾਰ ਜਿਹੜਾ ਇੱਕ ਬਾਟਾ ਹੈ। ਸਾਰੇ ਸੰਸਾਰ ਦੇ ਜੀ ਜਿਹੜੇ ਨੇ, ਅਸੀਂ ਇਕੱਠੇ ਹਾਂ, ਅਸੀਂ ਇੱਕ ਪਰਿਵਾਰ ਹਾਂ। ਸੋ ਗੁਰੂ ਨਾਨਕ ਦੀਆਂ ਨਜ਼ਰਾਂ ਵਿੱਚ ਇਹ ਆਦਰਸ਼ਕ ਪਰਿਵਾਰ ਇੱਕ ਸਾਰਾ ਸੰਸਾਰ ਹੈ। ਜੇਕਰ ਇਹ ਹੋ ਜਾਏ ਸਾਧ ਸੰਗਤ, ਸਾਰੇ ਸੰਸਾਰ ਨੂੰ ਆਪਣਾ ਪਰਿਵਾਰ ਮੰਨੀਏ, ਤਾਂ ਮੇਰਾ ਖਿਆਲ ਹੈ ਇਹ ਜਿਹੜੀਆਂ ਸਰਹੱਦਾਂ ਦੇ ਝਗੜੇ ਖਤਮ ਹੋ ਜਾਣ, ਕਲਾ ਕਲੇਸ਼ ਖਤਮ ਹੋ ਜਾਣ। ਜਿਹੜੇ ਰੋਜ਼ ਖੂਨ ਡੁੱਲ ਰਹੇ ਨੇ ਇੱਕ ਦੂਜੇ ਦੇਸ਼ ਦੇ ਨਾਲ, ਆਪਾਂ ਜਿਹੜਾ ਝਗੜੇ ਚੱਲਦੇ ਨੇ, ਰਗੜੇ ਚੱਲਦੇ ਨੇ, ਇਹ ਸਾਰੇ ਖਤਮ ਹੋ ਜਾਣਗੇ। ਸਤਿਗੁਰੂ ਜੀ ਕਿਰਪਾ ਕਰੋ। ਇਹ ਜਿਹੜੀ ਬਾਣੀ ਹੈ ਆਪਾਂ ਪੜ੍ਹੀ ਜਾਂਦੇ ਹਾਂ, ਖੰਡ ਪਾਠ ਵੀ ਕਰੀ ਜਾਂਦੇ ਹਾਂ, ਸਹਿਜ ਪਾਠ ਵੀ ਕਰੀ ਜਾਂਦੇ ਹਾਂ। ਸਤਿਗੁਰੂ ਜੀ ਸਾਡੀ ਅਰਦਾਸ ਹੈ, ਕਿਰਪਾ ਕਰੋ, ਸਾਨੂੰ ਸਮਝ ਆ ਜਾਏ ਕਿ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਸਾਰਾ ਸੰਸਾਰ ਸਾਡਾ ਇੱਕ ਪਰਿਵਾਰ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਸਮਝ ਸਾਨੂੰ ਪੈ ਜਾਏ। ਤੇ ਤੁਸੀਂ ਦੇਖਣਾ, ਜੇਕਰ ਸਮਝ ਪੈ ਜਾਏ ਨਾ, ਏਡਾ ਸੁਖੀ ਹੋ ਜਾਏਗਾ। ਜਿਸ ਸਹਿਜ ਅਵਸਥਾ ਲਈ ਅਸੀਂ ਤੜਫਦੇ ਹਾਂ, ਉਹ ਸਹਿਜ ਅਵਸਥਾ ਆਪਣੇ ਆਪ ਸਾਡੇ ਮਨ 'ਚ ਆ ਜਾਏਗੀ, ਜਿਸ ਵੇਲੇ ਸਾਰੇ ਸੰਸਾਰ ਨੂੰ ਇੱਕ ਪਰਿਵਾਰ ਸਮਝਾਂਗੇ ਜੀ। ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।